ਜਸਟਿਸ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਸੰਗਰੂਰ ਜਿਮਨੀ ਚੋਣ ਜਿਹੜੀ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਇਹ ਮੁੱਦਾ ਤਪਦਾ ਪਿਆ ਕਿ ਸੰਗਰੂਰ ਜਿਮਨੀ ਚੋਣ ਵਿੱਚ ਕਿਹੜੀ ਪਾਰਟੀ ਜਿੱਤੂਗੀ। ਪਰ ਸਾਡਾ ਸਵਾਲ ਹੈ ਕਿਹੜੀ ਧਿਰ ਜਿੱਤੂਗੀ ਇਹ ਨਹੀਂ ਹੈ। ਸਾਡਾ ਸਵਾਲ ਹੈ ਕਿਹੜੇ ਮੁੱਦਿਆਂ ਤੇ ਇਹ ਚੋਣ ਜਿੱਤੀ ਜਾਊਗੀ। ਮੁੱਦੇ ਉੱਤੇ ਹੈ ਜਾਂ ਮੁੱਦੇ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਿਉਂਕਿ ਸੰਗਰੂਰ ਜਿਮਨੀ ਚੋਣ ਦੇ ਵਿੱਚ ਸਾਰੀਆਂ ਧਿਰਾਂ ਨੇ ਇੰਨਾ ਜ਼ੋਰ ਲਾ ਦਿੱਤਾ ਕਿ ਅਸੀਂ ਜਿੱਤਾਂਗੇ ਤੇ ਕਹਿੰਦੇ ਮੌਜੂਦਾ ਸਰਕਾਰ ਦੀ ਪਰਫਾਰਮੈਂਸ ਠੀਕ ਨਹੀਂ ਹੈਗੀ। ਪਰ ਮੌਜੂਦਾ ਸਰਕਾਰ ਦੀ ਪਰਫਾਰਮੈਂਸ ਕੀ MP ਬਾਈ ਇਲੈਕਸ਼ਨ ਦੇ ਵਿੱਚ ਕੰਮ ਕਰੇਗੀ? ਸਵਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਭਗਵੰਤ ਮਾਨ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਸ ਦੇ ਦਮ ਤੇ ਸੰਗਰੂਰ ਜਿਮਨੀ ਚੋਣ ਦਾ ਫੈਸਲਾ ਹੋਊਗਾ। ਕੀ ਪੰਥਕ ਕਾਰਡ ਫੈਸਲਾ ਕਰੂਗਾ? ਕੀ ਹਵਾਈ ਅੱਡਾ ਫੈਸਲਾ ਕਰੂਗਾ? ਬਹੁਤ ਸਾਰੇ ਸਵਾਲ ਆ ਸਾਡੇ ਅੱਗੇ ਪਏ ਆ। ਤੇ ਕੀ ਸਿੱਧੂ ਮੂਸੇਵਾਲੇ ਦੇ ਨਾਮ ਤੇ ਵੋਟਾਂ ਪੈਣਗੀਆਂ? ਬਹੁਤ ਸਾਰੇ ਸਵਾਲ ਹੈ ਤੇ ਵੱਡਾ ਸਵਾਲ ਇਹੀ ਪੁੱਛਾਂਗੇ, ਸੰਗਰੂਰ 'ਚ ਕਿਹੜਾ ਕਾਰਡ ਚੱਲੇਗਾ? ਸਾਰਿਆਂ ਨੇ ਵੱਡੇ ਵੱਡੇ ਦਾਅਵੇ ਕੀਤੇ, ਪਹਿਲਾਂ ਸੁਣ ਲਈਏ। ਅਸੀਂ ਸਰਦਾਰ ਗੁਰਮੇਲ ਸਿੰਘ ਜੀ ਦੇ ਹੱਕ ਦੇ ਵਿੱਚ ਸਾਡੀ ਪਾਰਟੀ ਦੇ ਉਮੀਦਵਾਰ ਨੇ ਡੋਰ ਟੂ ਡੋਰ ਜਾ ਰਹੇ ਹਾਂ। ਸਾਰੇ ਆਪਣੇ ਵਪਾਰੀ ਵੀਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਤਗੜੇ ਹੋ ਕੇ ਝਾੜੂ ਨੂੰ ਵੋਟਾਂ ਪਾਓ। ਪਹਿਲਾਂ ਵੀ ਪਾਈਆਂ ਸੀਗੀਆਂ, ਹੁਣ ਵੀ ਪਾਉਣਗੀਆਂ। ਔਰ ਧੂਰੀ ਵਾਲਿਆਂ ਦਾ ਬਹੁਤ ਧੰਨਵਾਦ, ਬਹੁਤ ਪਿਆਰ ਕਰ ਰਹੇ ਨੇ, ਬਹੁਤ ਸਤਿਕਾਰ ਦੇ ਰਹੇ। ਉਮੀਦ ਤੋਂ ਪਰੇ ਲੋਕਾਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ, ਭਾਰੀ ਰੋਸ ਵੇਖਣ ਨੂੰ ਮਿਲਿਆ ਔਰ ਲੋਕਾਂ ਦੀਆਂ ਉਮੀਦਾਂ ਤੇ ਮੈਨੂੰ ਲੱਗਦਾ ਸਰਕਾਰ ਖਰਾ ਨਹੀਂ ਉਤਰੀ ਔਰ ਲੋਕਾਂ ਦੇ ਮਨ ਦੇ ਵਿੱਚ ਕਾਫੀ ਨਾਰਾਜ਼ਗੀ ਹੈ। ਉਮੀਦ ਕਰਦਾ ਕਿ ਇਸ ਵਾਰੀ ਲੋਕ ਫਤਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ। ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਉਹਨਾਂ ਦੇ ਲਈ ਇੱਕ ਹਾਂ ਦਾ ਨਾਅਰਾ ਮਾਰੋ ਤਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾ ਸਕੇ। ਤੁਸੀਂ ਆਪ ਬੰਦੀ ਸਿੰਘਾਂ ਦਾ ਪਰਿਵਾਰ ਹੋ ਤੇ ਬੰਦੀ ਸਿੰਘਾਂ ਦੇ ਪਰਿਵਾਰ ਬਣ ਕੇ ਘਰ ਘਰ ਤੱਕ ਇਹ ਸੁਨੇਹਾ ਪਹੁੰਚਾਉਣਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਰਾਜਨੀਤੀ, ਮੈਂ ਇੱਥੇ ਰਾਜਨੀਤੀ ਕਰਨ ਨਹੀਂ ਆਈ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਓ ਅਸੀਂ ਸਾਰੇ ਇਕੱਠੇ ਹੋਈਏ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈਏ ਤੇ ਆਪਣੇ ਫਰਜ਼ ਨਿਭਾਈਏ। ਅੱਗੇ ਵੱਡੀ ਮੰਗ ਕਰ ਰਹੇ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਇੱਕ ਡੋਮੈਸਟਿਕ, ਨੈਸ਼ਨਲ, ਇੰਟਰਨੈਸ਼ਨਲ ਤੇ ਕਾਰਗੋ 에ਅਰਪੋਰਟ ਬਣਾਇਆ ਜਾਵੇ, ਜਿਹਦੇ ਨਾਲ ਇੱਕ ਤਾਂ ਇਨਵੈਸਟਮੈਂਟ ਆਏਗੀ। ਅੱਜ ਕੱਲ੍ਹ ਲੋਕੀ ਬਾਈ 에ਅਰ ਟਰੈਵਲ ਕਰਨਾ ਚਾਹੁੰਦੇ ਆ। ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਆ, ਪੈਸੇਂਜਰ ਜਾਂਦੇ ਆ, ਕੱਲ੍ਹ ਨੂੰ ਬੱਚੇ ਖੁਸ਼ਹਾਲ ਹੁੰਦੇ ਆ, ਉਹਨਾਂ ਨੂੰ ਸਾਡੇ ਬਜ਼ੁਰਗ, ਉਹਨਾਂ ਦੇ ਮਾਤਾ ਪਿਤਾ ਮਿਲਣ ਜਾਂਦੇ ਆ, ਉਹ ਵਿਚਾਰੇ ਰਸਤੇ ਮੈਂ ਤੁਹਾਨੂੰ ਸੱਚਾਈ ਦੱਸਦਾ, ਇੰਗਲੈਂਡ ਤੋਂ ਇੰਡੀਆ ਦਿੱਲੀ ਆਉਣਾ ਸੌਖਾ, ਦਿੱਲੀ ਤੋਂ ਪੰਜਾਬ ਆਉਣਾ ਜ਼ਿਆਦਾ ਔਖਾ ਟਰਾਂਸਪੋਰਟ ਕਰਕੇ। ਸੋ ਇਸ ਕਰਕੇ ਇਹ ਚੀਜ਼ ਦੇਖਦੇ ਹੋਏ ਮੈਂ ਸੋਚਿਆ ਕਿ ਨਾਲ ਦੀ ਨਾਲ ਮੈਂ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਆ ਜਾਈਏ ਤੇ ਜਿਹੜੇ ਸਾਡੇ ਮਸਲੇ ਹੈਗੇ ਆ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋਏ ਉਹ ਕਰਾਈਏ। ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਕਰੀਏ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਸੰਗਰੂਰ ਜਿਮਨੀ ਚੋਣ ਦੀ ਜੰਗ 'ਚ ਕਿਹੜੀ ਰਾਜਨੀਤੀ ਜੇਤੂ ਰੱਥ ਤੇ ਸਵਾਰ ਹੋਵੇਗੀ? ਇਸ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਤੁਹਾਡਾ ਤਾਰਫ ਹੋਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ ਤੇ ਸੰਗਰੂਰ ਤੋਂ ਹੁਣੇ ਵਾਪਸ ਆਪਣੇ ਘਰ ਪਹੁੰਚੇ ਹੈ। ਅਹਿਬਾਬ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਸੁਦੇਸ਼ ਸਿੰਘ ਰੋਪੜ ਕਾਂਗਰਸ ਸਪੋਕਸਪਰਸਨ ਹੈ। ਸੁਦੇਸ਼ ਸਿੰਘ ਰੋਪੜ ਨੂੰ ਬੜਾ ਲੰਬਾ ਤਜਰਬਾ, ਇਹਨਾਂ ਨੂੰ ਪਤਾ ਕਿ ਸਿਆਸਤ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਕਰਦੀ ਹੈ। ਪਰ ਹੁਣ ਜਦੋਂ ਸਿਆਸੀ ਉਡਾਰੀ ਇਹਨਾਂ ਦੀ ਪਾਰਟੀ ਦਾ ਬੰਦਾ ਕੋਈ ਦੂਜੀ ਧਿਰ ਵਿੱਚ ਚਲਾ ਜਾਵੇ ਤੇ ਫਿਰ ਉਦੋਂ ਸਵਾਲ ਵੱਡੇ ਖੜੇ ਹੁੰਦੇ। ਸੁਦੇਸ਼ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ। KS ਮਠਾੜੂ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ ਤੇ ਇਹਨਾਂ ਦੀ ਧਿਰ ਕਹਿੰਦੀ ਹੈ ਕਿ ਅਸੀਂ ਸੰਗਰੂਰ ਵਿੱਚ ਕੁਝ ਕਰਾਂਗੇ ਤਾਂ ਹੁਣ ਨਵੇਂ ਤਰੀਕੇ ਨਾਲ ਕਰਾਂਗੇ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਨਾਲ ਚੁੱਕਿਆ ਹੋਇਆ ਨਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਇਹ। ਮਠਾੜੂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚੇਤਨ ਜੋਸ਼ੀ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ ਆ ਤੇ ਇਹਨਾਂ ਦੀ ਪਾਰਟੀ ਪਹਿਲੀ ਵਾਰ ਇਸ ਤਰੀਕੇ ਨਾਲ ਮੈਦਾਨ 'ਚ ਉਤਰੀ ਹੈ ਤੇ ਕਹਿੰਦੇ ਆ ਕਿ ਕੇਵਲ ਢਿੱਲੋਂ ਦਾ ਵੋਟ ਬੈਂਕ ਵੀ ਹੈਗਾ ਤੇ ਸਾਡਾ ਵੀ ਹੈਗਾ, ਇਕੱਠੇ ਕਰਕੇ ਅਸੀਂ ਕੁਛ ਤਾਂ ਨੰਬਰ ਲਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਦਾ ਜ਼ਰੂਰ ਛੱਡ ਦਾਂਗੇ, ਬਾਕੀਆਂ ਦਾ ਪਤਾ ਨਹੀਂ। ਚੇਤਨ ਜੋਸ਼ੀ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਕਿਹੜੇ ਮੁੱਦੇ 'ਤੇ ਚੋਣ ਲੜ ਰਹੇ ਹੋ? ਕਿਰਪਾ ਕਰਕੇ ਉਹ ਇਸ ਸਵਾਲ ਦਾ ਜਵਾਬ ਦਿਓ ਜਿਹੜਾ ਸਵਾਲ ਮੈਂ ਪੁੱਛਾ ਪਲੀਜ਼। ਅਹਿਬਾਬ ਗਰੇਵਾਲ KP ਜੀ ਦੇ ਲੋਕਾਂ ਦੇ ਸੰਗਰੂਰ ਮੈਂ ਜਿੱਥੇ ਜਿਹੜੇ ਏਰੀਆ 'ਚ ਮੈਂ ਜਾ ਕੇ ਆਇਆ ਉੱਥੇ ਕਈ ਥਾਵਾਂ ਤੇ ਪਾਣੀ ਦੀ ਕਿੱਲਤ ਹੈ। ਲੋਕ ਜਿਹੜੇ ਬੇਸਿਕ ਪੰਜਾਬ 'ਚ ਬੇਰੁਜ਼ਗਾਰੀ ਤੇ ਹੋਰ ਮੁੱਦੇ ਨੇ ਉਹਨਾਂ ਦੀਆਂ ਗੱਲਾਂ ਕਰਦੇ ਨੇ।
ਲੋਕ ਗੱਲਾਂ ਕਰਦੇ ਨੇ ਕਿਸਾਨੀ ਦੀ ਮਾਰ ਪੈਣ ਦੀ, ਲੋਕ ਗੱਲਾਂ ਕਰਦੇ ਨੇ ਤੇ ਵਪਾਰ ਨੂੰ ਮਾਰ ਪੈਣ ਦੀ। ਤੇ ਜਦ ਦੀ ਸਾਡੀ ਸਰਕਾਰ ਬਣੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਵੀ ਮੁੱਦਾ ਤੇ ਕੰਮ ਕਰਨ ਦੀ। ਬਟ ਇੱਕ ਚੀਜ਼ ਮੈਂ ਐਡ ਕਰਨੀ ਚਾਹੂੰਗਾ ਕਿ ਪਹਿਲੀ ਵਾਰੀ ਇੱਕ ਜਿਮਨੀ ਚੋਣ ਇਹੋ ਜਿਹੀ ਹੋ ਰਹੀ ਹੈ ਜਿੱਥੇ ਇਹ ਦੇਖਣ ਨੂੰ ਮਿਲ ਰਿਹਾ ਕਿ ਸੱਤਾਧਾਰੀ ਧਿਰ ਜਿਵੇਂ ਅੱਗੇ ਹਾਵੀ ਹੁੰਦੇ ਸੀ, ਜਿਵੇਂ ਅੱਗੇ ਇਸਤੇਮਾਲ ਕੀਤਾ ਜਾਂਦਾ ਸੀ ਸਟੇਟ ਮਸ਼ੀਨਰੀ ਨੂੰ, ਉਹਦਾ ਇਸਤੇਮਾਲ ਨਹੀਂ ਕਰ ਰਹੀ, ਬਲਕਿ ਲੋਕਾਂ 'ਚ ਘਰ ਘਰ ਜਾ ਕੇ ਇਹ ਮੈਸੇਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਆ ਪਿਛਲੇ 3-3.5 ਮਹੀਨਿਆਂ ਦੀ ਕਾਰਗੁਜ਼ਾਰੀ ਹੈ ਉਹਦਾ ਕੀ ਅਸਰ ਆਉਣ ਵਾਲੇ ਸਮੇਂ 'ਚ ਹੋਊਗਾ। ਤੇ ਇਹਦੇ ਨਾਲ ਇੱਕ ਸਪੈਸ਼ਲ ਅਟੈਂਸ਼ਨ ਵੀ ਮਿਲੀ ਹੈ ਸੰਗਰੂਰ ਨੂੰ। ਐਂਡ ਮੋਸਟ ਇੰਪੋਰਟੈਂਟਲੀ ਜਿਹੜਾ ਮਾਨ ਸਾਹਿਬ ਨੇ ਪਿਛਲੇ ਇੰਨੇ ਸਾਲਾਂ 'ਚ ਸੰਗਰੂਰ 'ਚ ਕੰਮ ਕੀਤਾ ਹੈ ਉਹਦੇ ਸਿਰ ਤੇ ਅਸੀਂ ਲੋਕਾਂ ਜਾ ਰਹੇ ਹਾਂ ਤੇ ਅਸੀਂ ਕੌਨਫੀਡੈਂਟ ਹਾਂ ਕਿ ਇਹ ਚੋਣ ਅਸੀਂ ਬੜੇ ਸੋਹਣੇ ਮਾਰਜਨ ਨਾਲ ਜਿੱਤ ਕੇ ਆਵਾਂਗੇ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਹੋ ਰਹੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਿਲਕੁਲ ਨਹੀਂ ਹੋ ਰਹੀ ਜੀ, ਬਿਲਕੁਲ ਨਹੀਂ ਹੋ ਰਹੀ। ਜਿਵੇਂ ਪਹਿਲਾਂ ਇੰਟੀਮੀਡੇਸ਼ਨ ਹੁੰਦੀ ਸੀ ਉਹ ਵੀ ਨਹੀਂ ਹੋ ਰਹੀ। ਕੈਬਨਿਟ ਮੰਤਰੀ ਕੀ ਆ ਪਰਸਨਲ ਗੱਡੀਆਂ ਤੇ ਜਾਂਦੇ ਪਏ? ਨਹੀਂ ਸਰ, ਕੈਬਨਿਟ ਮੰਤਰੀ ਇਨਵੈਸਟਿੰਗ ਕਰਨ ਜਾਂਦੇ ਆ ਭਾਜੀ, ਉਹ ਤਾਂ ਕਿਤੇ ਵੀ ਜਾਣਾ। ਇਹ ਨਹੀਂ ਹੈਗਾ ਕਿ ਡਾਂਗ ਲੈ ਕੇ ਬੈਠ ਕੇ ਕਿ ਫਲਾਣੇ ਦੇ ਉੱਥੇ ਮੈਂ ਉਹ ਨਹੀਂ ਇੱਥੇ ਪੋਸਟਰ ਨਹੀਂ ਲੱਗਣ ਦੇਣਾ ਤੇ ਫਲਾਣੇ ਦਾ ਝੰਡਾ ਨਹੀਂ ਲੱਗਣਾ, ਜੇ ਤੂੰ ਝੰਡਾ ਲਾਇਆ ਤੇ ਪਰਚਾ ਪਊਗਾ। ਇਹ ਜਿਹਾ ਕੁਝ ਨਹੀਂ ਹੋ ਰਿਹਾ। ਮਾਨ ਸਾਹਿਬ ਕਿਹਨਾਂ ਦੀ ਗੱਲ ਕਰ ਰਹੇ ਸੀ, ਭਗਵੰਤ ਮਾਨ ਜਾਂ ਸਿਮਰਤ ਸਿੰਘ ਮਾਨ ਦੀ? ਐਮਪੀ ਤਾਂ ਭਗਵੰਤ ਮਾਨ ਸਾਹਿਬ ਹੀ ਰਹੇ ਨੇ। ਠੀਕ ਹੈ, ਐਮਪੀ ਤਾਂ ਭਗਵੰਤ ਸਾਹਿਬ ਹੀ ਰਹੇ। ਚਲੋ ਮੈਂ ਥੋੜਾ ਕਨਫਿਊਜ਼ ਹੋ ਗਿਆ ਸੀ ਵੀ ਕਿਹੜੇ ਐਮਪੀ ਨੇ ਕੰਮ ਕੀਤੇ ਹੋਏ ਉੱਥੇ। ਸਦੇਸਰ ਰੋਪੜ ਤੁਸੀਂ ਕਿਹਦੇ ਨਾਂ ਤੇ ਵੋਟਾਂ ਮੰਗਦੇ ਪਏ ਹੋ ਮਿਸਟਰ ਰੋਪੜ? ਦੇਖੋ ਗੱਲ ਇਹ ਹੈ ਕੇਪੀ ਜੀ, ਅਸੀਂ ਜਿਹੜੇ ਮੁੱਦੇ ਆ ਅਸੀਂ ਮੁੱਦਿਆਂ ਦੇ ਉੱਤੇ ਹੀ ਵੋਟਾਂ ਮੰਗ ਰਹੇ ਹਾਂ, ਕਿਉਂਕਿ ਸਭ ਤੋਂ ਪਹਿਲਾ ਮੁੱਦਾ ਜੋ ਇਸ ਵੇਲੇ ਪੰਜਾਬ ਦੇ ਵਿੱਚ ਆ ਉਹ ਲਾ ਐਂਡ ਆਰਡਰ ਦਾ ਹੈ। ਮੇਰੇ ਵੀਰ ਨੇ ਗਰੇਵਾਲ ਸਾਹਿਬ ਉਹ ਗੱਲ ਨੂੰ ਬਹੁਤ ਵਧੀਆ ਘੁਮਾ ਵੀ ਲੈਂਦੇ ਨੇ। ਜਦੋਂ ਇਹਨਾਂ ਨਾਲ ਲਾ ਐਂਡ ਆਰਡਰ ਦੀ ਗੱਲ ਕਰੋ ਇਹ ਕਹਿਣਗੇ ਜੀ ਪਿਛਲੇ ਗੈਂਗਸਟਰ ਛੱਡ ਗਏ, ਪਰ ਜੇ ਪਿਛਲੇ ਸਮਿਆਂ ਦੇ ਵਿੱਚ ਚਾਹੇ ਉਹ ਵਿੱਕੀ ਗੰਡਰ ਹੋਵੇ, ਚਾਹੇ ਦਿਲਪ੍ਰੀਤ ਢਾਹਾਂ ਹੋਵੇ, ਚਾਹੇ ਉਹ ਜੱਗੂ ਭਗਵਾਨਪੁਰ ਹੋਵੇ, ਸਾਰੇ ਉਹ ਬੰਦ ਵੀ ਕੀਤੇ ਜਾਂ ਕੋਈ ਜੇ ਕਿਸੇ ਨੇ ਕੋਈ ਮੁਕਾਬਲਾ ਕਰਨ ਦੀ ਕੋਸ਼ਿਸ਼ ਆ ਉਹ ਗੋਲੀ ਦਾ ਸ਼ਿਕਾਰ ਵੀ ਹੋਏ ਆ ਤੇ ਉਹਨਾਂ ਨੂੰ ਪੂਰਾ ਕਾਬੂ 'ਚ ਰੱਖਿਆ ਗਿਆ ਸੀ। ਪਰ ਉਹ ਅੱਜ ਜੋ ਹਾਲਾਤ ਨੇ, ਅੱਜ ਸਾਡੀ ਜਿਹੜੀ ਪੁਲਿਸ ਹੈ ਉਹ ਦਿੱਲੀ ਦੀ ਤੇ ਮਹਾਰਾਸ਼ਟਰ ਦੀ ਪੁਲਿਸ ਦੇ ਪਿੱਛੇ ਘੁੰਮ ਰਹੀ ਹੈ, ਕਿਉਂਕਿ ਦਿੱਲੀ ਦੀ ਪੁਲਿਸ ਤੇ ਮਹਾਰਾਸ਼ਟਰ ਦੀ ਪੁਲਿਸ ਆਪਾਂ ਸੰਗਰੂਰ ਤੇ ਆ ਜਾਈਏ। ਰੋਪੜ ਸਾਹਿਬ ਸੰਗਰੂਰ ਤੇ ਆ ਜਾਈਏ। ਸਿੱਧੂ ਮੂਸੇਵਾਲੇ ਦੇ ਨਾਂ ਤੇ ਵੋਟਾਂ ਮੰਗਦੇ ਪਏ ਤੁਸੀਂ? ਸਿੱਧਾ ਕਹੋ ਨਾ, ਸਿੱਧਾ ਸਵਾਲ ਕਰੋ ਨਾ ਸਰ। ਮੁੱਦਿਆਂ ਦੀ ਗੱਲ ਕੀਤੀ, ਮੈਨੂੰ ਮੁੱਦਿਆਂ ਦੀ ਗੱਲ ਕਰ ਲੈਣ, ਮੈਂ ਤੁਹਾਡਾ ਸਵਾਲ ਦਾ ਜਵਾਬ। ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਨਾ। ਸਿੱਧੂ ਮੂਸੇਵਾਲਾ ਮੁੱਦਾ ਤੁਹਾਡੇ ਲਈ ਸੰਗਰੂਰ ਦੇ ਵਿੱਚ? ਮੈਂ ਠੀਕ ਹੈ ਨਾ, ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਜ਼ਰੂਰ ਦੇਵਾਂਗਾ। ਹਾਂ ਬੋਲੋ। ਤੇ ਜਿਹੜੀ ਗੱਲ ਬੋਲੋ ਮਿਸਟਰ ਰੋਪੜ। ਮੈਂ ਡਿਸਕਨੈਕਟ ਹੋ ਗਿਆ। ਮੈਂ ਚਲੋ ਵਾਪਸ ਆ ਜਾਊਂਗਾ ਰੋਪੜ ਸਾਹਿਬ ਤੁਹਾਡੇ ਕੋਲ। ਮਿਸਟਰ ਮਠਾੜੂ, ਤੁਸੀਂ ਐਤਕੀ ਇੱਕ ਨਵਾਂ ਕਾਰਡ ਖੇਡਿਆ ਬੰਦੀ ਸਿੰਘਾਂ ਦੀ ਰਿਹਾਈ ਵਾਲਾ। ਤੁਸੀਂ ਇਸੇ ਮੁੱਦੇ ਤੇ ਚੋਣ ਲੜਨੀ ਹੈ ਸਾਰੀ? ਨਹੀਂ ਕੇਪੀ ਜੀ, ਇਹ ਕਾਰਡ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਸ਼ਹੀਦਾਂ ਦੀ ਜਥੇਬੰਦੀ ਆ, ਕੁਰਬਾਨੀਆਂ ਸਾਡੇ ਬਜ਼ੁਰਗਾਂ ਦੀ ਕੁਰਬਾਨੀ ਨਾਲ ਸਿੱਚੀ ਹੋਈ ਪਾਰਟੀ ਆ। ਸ਼ੁਰੂ ਤੋਂ ਪੰਥਕ ਮੁੱਦਿਆਂ ਤੇ ਲੜਾਈ ਲੜਦੀ ਆਈ ਹੈ ਤੇ ਲੜਦੀ ਰਹੂਗੀ ਤੇ ਹੁਣ ਲੜ ਵੀ ਰਹੀ ਹੈ। ਚਲੋ ਫਿਰ ਕਾਰਡ ਨਹੀਂ ਕਹਿੰਦੇ ਆਪਾਂ, ਤੁਸੀਂ ਸੂਚੀ ਦੱਸ ਦਿਓ ਸਰ, ਕਿੰਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਦੇ ਪਏ ਤੁਸੀਂ? 32 ਜਿਹੜੇ ਸਿੰਘ ਹੈਗੇ ਆ, ਬੰਦੀ ਸਿੰਘ 32 ਸਿੰਘ ਹੈਗੇ ਆ ਜੇਲ੍ਹਾਂ ਦੇ ਵਿੱਚ। ਜੋ ਰਾਜੋਆਣਾ ਭੁੱਲਰ ਸਾਹਿਬ ਹੈ, ਰਾਜੋਆਣਾ ਜਿਹੜੇ ਜਿੰਨੇ ਵੀ ਹੈਗੇ ਆ 32 ਸਿੰਘ ਇਹੋ ਜਿਹੇ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ। ਕੋਈ 20-25 ਸਾਲ ਪੂਰੇ ਕਰ ਚੁੱਕਿਆ, ਕੋਈ 28 ਸਾਲ, ਕੋਈ 27 ਸਾਲ। ਮੈਨੂੰ ਇੱਕ ਚੀਜ਼ ਸਮਝਾਓ ਮਠਾੜੂ ਸਾਹਿਬ, ਤੁਸੀਂ ਬੜੇ ਸਿਆਣੇ ਹੋ ਮਠਾੜੂ ਸਾਹਿਬ ਇੱਕ ਚੀਜ਼ ਸਮਝਾ ਦਿਓ ਮੈਨੂੰ। ਮਠਾੜੂ ਸਾਹਿਬ ਤੁਸੀਂ ਇੰਨੇ ਸਾਲ ਸਰਕਾਰ 'ਚ ਰਹੇ ਹੋ, ਮੋਦੀ ਸਾਹਿਬ ਦੀ ਸਰਕਾਰ ਹੀ ਹੈ ਨਾ ਹੁਣ ਵੀ, ਉੱਥੇ ਹੀ ਜਾਣਾ। ਕਮਲਦੀਪ ਕੌਰ ਹਰਾ ਨੇ ਵੀ ਜਿੱਤ ਕੇ। ਮੇਰਾ ਸਵਾਲ ਇਹ ਹੈ, ਸਰਕਾਰ ਵਿੱਚ ਤੁਸੀਂ ਰਹੇ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਕਰਵਾ ਨਹੀਂ ਸਕੇ ਤੇ ਕਮਲਦੀਪ ਕੌਰ ਦੇ ਥਰੂ ਕਰਵਾ ਲਓਗੇ ਤੁਸੀਂ? ਮੈਨੂੰ ਸਮਝ ਨਹੀਂ ਆਈ ਸਰ ਇਹ ਮਠਾੜੂ ਸਾਹਿਬ। ਬਿਲਕੁਲ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੀ ਜਿਹੜੀ ਹੈਗੀ ਸੰਘਰਸ਼ ਦੇ ਨਾਲ ਹੀ ਜਿਹੜੇ ਵਕੀਲ ਕੀਤੇ ਗਏ ਸੀ, ਔਰ ਜਿਹੜੀ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਉਸ ਟਾਈਮ ਤੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਸੀ, ਉਹਨਾਂ ਸਿੰਘਾਂ ਦੀ ਉਸ ਟਾਈਮ ਤੇ ਸਜ਼ਾ ਪੂਰੀ ਨਹੀਂ ਸੀ ਹੋਈ, ਔਰ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਜੀ ਰਾਜੋਆਣਾ ਸਾਹਿਬ ਹੈ ਚਾਹੇ ਦੂਸਰੇ ਬੰਦੀ ਸਿੰਘ ਹੈ, ਉਹ ਸ਼੍ਰੋਮਣੀ ਕਮੇਟੀ ਵੱਲੋਂ ਵਕੀਲ ਕਰਕੇ ਆਪਣੇ ਸੰਘਰਸ਼ ਕਰਕੇ ਉਹ ਮਾਫ ਵੀ ਕਰਵਾਈ ਗਈ। ਤੇ ਹੁਣ 2012 ਤੋਂ ਬਾਅਦ 2012 ਦੇ ਵਿੱਚ ਵੀ ਪਟੀਸ਼ਨ ਜਿਹੜੀ ਐਸਜੀਪੀਸੀ ਵੱਲੋਂ ਪਾਈ ਗਈ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ। ਸਰ ਗਿਣ ਕੇ ਮੈਨੂੰ ਮਹੀਨੇ ਦੱਸ ਦਿਓ ਨਾ ਸਰ, ਕਿੰਨੇ ਸਾਲ ਹੋ ਗਏ ਤੁਹਾਨੂੰ ਬੀਜੇਪੀ ਨੂੰ ਛੱਡਿਆ ਨੂੰ? ਮਹੀਨੇ ਦੱਸ ਦਿਓ ਨਾ ਸਰ, ਕਿੰਨੇ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਨਹੀਂ ਹੋਈ ਸੀ ਉਦੋਂ ਤੱਕ? ਮਠਾੜੂ ਸਾਹਿਬ ਸਰ ਮੈਂ ਉਹੀ ਗੱਲ ਕਹਿ ਰਿਹਾ, ਜਿਹੜੀ 2019 ਤੋਂ ਬਾਅਦ ਜਦੋਂ ਖੇਤੀ ਦੇ ਕਾਲੇ ਕਾਨੂੰਨ ਆਏ ਆ, ਉਸ ਤੋਂ ਬਾਅਦ ਸਾਡਾ ਸਮਝੌਤਾ ਜਿਹੜਾ ਹੈਗਾ ਟੁੱਟਿਆ ਹੈ। ਉਸ ਤੋਂ ਪਹਿਲਾਂ ਵੀ ਅਸੀਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਪੂਰਾ ਪ੍ਰਜੋਸ਼ ਸੰਘਰਸ਼ ਕਰਦੇ ਰਹੇ ਆ। ਹੁਣ ਵੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਉਹਨਾਂ ਵਾਸਤੇ ਪੂਰੀ ਬੁਲੰਦ ਆਵਾਜ਼। ਚਲੋ ਠੀਕ ਹੈ, ਮੈਂ ਥੋੜਾ ਵਕਫਾ ਲਊਂਗਾ। ਵਕਤ ਤੋਂ ਵਾਪਸ ਆ ਰਿਹਾ ਸਰ, ਵਾਪਸ ਆ ਰਿਹਾ। ਮੈਂ ਤੁਹਾਡੇ ਮੁੱਦੇ ਸਮਝ ਗਿਆ ਸਰ, ਵਾਪਸ ਆ ਰਿਹਾ। ਸੰਗਰੂਰ 'ਚ ਕਿਹੜਾ ਕਾਰਡ ਚੱਲੇਗਾ? ਸਾਡਾ ਸਵਾਲ ਇਹੀ ਹੈ। ਕਾਰਡ ਬਹੁਤ ਸਾਰੇ ਖੇਡੇ ਜਾ ਰਹੇ ਆ। ਕੋਈ ਕਹਿੰਦਾ ਅਸੀਂ ਹਵਾਈ ਅੱਡਾ ਬਣਾ ਦਾਂਗੇ, ਸੰਗਰੂਰੀਆਂ ਨੂੰ ਹਵਾਈ ਅੱਡਾ ਚਾਹੀਦਾ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਇਹ ਪੁੱਛਣਾ, ਸੰਗਰੂਰ ਜਿਮਨੀ ਚੋਣ ਦੀ ਜੰਗ 'ਚ ਕਿਹੜੀ ਰਾਜਨੀਤੀ ਜੇਤੂ ਰੱਥ ਤੇ ਸਵਾਰ ਹੋਵੇਗੀ? ਜਤਨ ਜੋਸ਼ੀ ਜੀ, ਤੁਹਾਡੇ ਲੀਡਰ ਤਾਂ ਨਵੇਂ ਆ, ਤੁਹਾਡੇ ਲੀਡਰ ਦੂਜੀ ਪਾਰਟੀ ਤੋਂ ਆਏ ਆ, ਤੁਸੀਂ ਕਿਹੜੇ ਦਾਅਵੇ ਲੈ ਕੇ ਕਿਹੜੇ ਮੁੱਦੇ ਲੈ ਕੇ ਉੱਥੇ ਜਾ ਰਹੇ ਹੋ? ਮੈਨੂੰ ਹਵਾਈ ਅੱਡੇ ਦਾ ਤਾਂ ਪਤਾ। ਦੇਖੋ, ਨਵੀਂ ਪਾਰਟੀ ਤੁਸੀਂ ਕਹਿ ਰਹੇ ਹੋ, ਨਵੇਂ ਬੰਦੇ ਆ ਰਹੇ ਨੇ। अकेले चले थे मंजिले जानिब, अकेले चले थे मंजिले जानिब, लोग मिल रहे हैं, काफिला बढ़ रहा है। सो बीजेपी ਦਾ ਆਧਾਰ ਵੱਧਦਾ ਜਾ ਰਿਹਾ ਡੇ ਬਾਈ ਡੇ, ਇਹ ਤੁਸੀਂ ਦੇਖਦੇ ਪਏ ਹੋ। ਹੁਣ ਇਹਨੂੰ ਤੁਸੀਂ ਇੱਕ ਤੰਜ਼ ਦੇ ਰੂਪ ਵਿੱਚ ਨਾ ਲਿਓ, ਇਹ ਸਾਡੀ ਕਾਬਲੀਅਤ ਦੇ ਰੂਪ ਚ ਲਿਓ। ਦੂਸਰੀ ਗੱਲ ਇਹ ਹੈਗੀ ਹੈ ਕਿ ਭਾਰਤੀ ਜਨਤਾ ਪਾਰਟੀ ਕੋਈ ਇੱਕ ਯਸ਼ਸਵੀ ਲੋਕਪ੍ਰਿय ਨੇਤਾ ਸ਼੍ਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਵੱਧ ਤੋਂ ਵੱਧ ਸਹੂਲਤਾਂ ਪ੍ਰੋਵਾਈਡ ਕੀਤੀਆਂ, ਔਰ ਸਟੇਟ ਏਜੰਸੀਆਂ ਜਿਹੜੀਆਂ, ਸਟੇਟ ਗਵਰਨਮੈਂਟ ਜਿਹੜੀ ਹੁੰਦੀ ਹੈ ਉਹਦੀਆਂ ਦੀ ਨੋਡਲ ਏਜੰਸੀ ਹੁੰਦੀਆਂ, ਉਹਨਾਂ ਨੇ ਇੰਪਲੀਮੈਂਟ ਕਰਨਾ ਕਿ ਨਹੀਂ ਕਰਨਾ, ਲੇਕਿਨ ਅਸੀਂ ਫਿਰ ਵੀ ਪ੍ਰਧਾਨ ਮੰਤਰੀ ਜੀ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ। ਤੀਜੀ ਗੱਲ, ਇਹ ਵੀ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਐਗਜ਼ੈਕਟਲੀ ਕੀ ਹੋਇਆ ਸੀਗਾ ਤੇ ਕੀ ਹੋ ਰਿਹਾ। ਫੋਰ ਐਗਜ਼ਾਮਪਲ, ਹੁਣ ਮੇਰੇ ਵੀਰ ਨੇ ਹਬਾਬ ਹੋਣਾ ਨੇ ਗੱਲ ਕੀਤੀ ਆ ਕਿ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਹੋਣ ਦੀ। ਮੈਨੂੰ ਲੱਗਦਾ ਸ਼ਾਇਦ ਬੱਸਾਂ ਤੇ ਨਾ ਜਾਂਦੇ ਹੋਣ ਇਹਨਾਂ ਦੇ ਮੰਤਰੀ, ਤੇ ਜੇ ਬੱਸਾਂ ਕਾਰਾਂ ਵਰਗੀਆਂ ਨੇ ਤੇ ਮੈਨੂੰ ਨਹੀਂ ਪਤਾ, ਕਿਉਂਕਿ ਜੋ ਦਿਖਾਇਆ ਜਾਂਦਾ ਉਹੀ ਹੁੰਦਾ ਵਾ। ਹੋ ਸਕਦਾ ਜਿਹੜੀ ਕਾਰ ਜਾਂਦੀ ਇਹਨਾਂ ਨੂੰ ਬੱਸ ਕੇ ਹੀ ਜਾਂਦੀ ਹੋਵੇ। ਦੂਸਰੀ ਗੱਲ, ਇੰਨੀ ਗੱਲ ਕਹਿਣੀ ਕਿ ਉੱਥੇ ਸਾਨੂੰ ਲੋਕ ਜਿਤਾ ਕੇ ਭੇਜਣਗੇ, ਮੈਨੂੰ ਇਹ ਦੱਸੋ ਤੁਹਾਨੂੰ ਨਹੀਂ, ਆਪਾਂ ਬਾਬ ਕਰੇ ਵਾਲਾ ਸਵਾਲ ਨਹੀਂ ਨਾ, ਮੈਂ ਤਾਂ ਤੁਹਾਡੀ ਪਾਰਟੀ ਤੇ ਪੁੱਛ ਰਿਹਾ। ਹਵਾਈ ਅੱਡੇ ਤੋਂ ਇਲਾਵਾ ਤੁਹਾਡਾ ਮੁੱਦਾ ਕਿਹੜਾ? ਮੈਂ ਤੁਹਾਡੇ ਮੁੱਦੇ ਦੱਸੋ। ਸਾਡਾ ਮੁੱਦਾ, ਸਾਡਾ ਮੁੱਦਾ ਉਹਦਾ ਸੰਗਰੂਰ ਦਾ ਮੰਚ ਖੁੱਲਾ, ਜਦੋਂ ਮਰਜ਼ੀ ਜਾਓ ਰੈਲੀਆਂ ਕਰੋ ਉੱਥੇ। ਸਾਡਾ ਮੁੱਦਾ ਸਬਕਾ ਸਾਥ ਸਬਕਾ ਵਿਕਾਸ। ਮੋਦੀ ਸਾਹਿਬ ਆ ਰਹੇ ਇੱਥੇ ਰੈਲੀ ਕਰਨ? ਮੋਦੀ ਸਾਹਿਬ ਆਉਣ ਨਾ ਆਉਣ, ਇਹਦੇ ਬਾਰੇ ਸੂਚਨਾ ਸਾਡੇ ਜਿਹੜੀ ਹੈਗੀ ਸਾਡੀ ਮੀਡੀਆ ਟੀਮ ਉਹ ਨਾਲ ਦੇ ਨਾਲ ਤੁਹਾਨੂੰ ਦੇ ਦੇਗੀ, ਤੁਹਾਡੇ ਕੋਲ ਸੂਚਨਾ ਪਹੁੰਚ ਜਾਏਗੀ, ਤੁਸੀਂ ਪਹੁੰਚ ਜਾਓ। ਹਵਾਈ ਅੱਡੇ ਜ਼ਰੂਰਤ ਹੈਗੀ ਸੰਗਰੂਰ ਨੂੰ? ਬਿਲਕੁਲ ਜ਼ਰੂਰਤ ਹੈ, ਕਿਉਂ ਨਹੀਂ ਹੈਗੀ ਜ਼ਰੂਰਤ? ਮਾਲਵੇ ਦੇ ਲੋਕਾਂ ਨੂੰ ਹਵਾਈ ਅੱਡੇ ਦੀ ਜ਼ਰੂਰਤ ਕਿਉਂ ਨਹੀਂ ਹੈਗੀ? ਪੰਜਾਬ ਦੇ ਪਹਿਲੇ ਹਵਾਈ ਅੱਡੇ ਤੁਹਾਨੂੰ ਪਤਾ ਚਟਾ ਹਾਥੀ ਹੈ ਚੇਤਨ ਜੋਸ਼ੀ ਸਾਹਿਬ, ਕਿਹੜੇ ਚੱਲਦੇ ਪਏ ਆ ਉੱਥੇ, ਇੰਟਰਨੈਸ਼ਨਲ ਉਡਾਨਾਂ ਨਹੀਂ ਹੈਗੀਆਂ ਗੀਆਂ। ਦੇਖੋ, ਇਹ ਡਿਪੈਂਡ ਕਰਦਾ ਪਿਆ ਵਾ ਕਿ ਜਿਹੜੀ ਚੀਜ਼ਾਂ ਉਹਨੂੰ ਮੈਨੇਜ ਕਰਦੀਆਂ ਪਈਆਂ ਕਿਸ ਢੰਗ ਨਾਲ ਕਰ ਰਹੀਆਂ। ਆਦਮਪੁਰ ਦਾ ਹਵਾਈ ਅੱਡਾ ਚੱਲਦਾ ਪਿਆ ਵਾ, ਫਿਰ ਸ਼ੁਰੂ ਹੋ ਗਿਆ, ਕੋਵਿਡ ਕਰਕੇ ਬੰਦ ਹੋਇਆ ਸੀਗਾ। ਬਠਿੰਡੇ ਦਾ ਕੋਵਿਡ ਕਰਕੇ ਬੰਦ ਹੋਇਆ ਸੀ। ਕਿਤੇ ਜ਼ਰੂਰੀ 2 ਸਾਲ ਦੇ ਕੋਵਿਡ ਦੇ ਦੌਰਾਨ ਜਿਹੜੀ ਵੀ ਪਾਰਟੀ ਜਿੱਥੇ ਵੀ ਸੱਤਾ ਤੇ ਬੈਠੀ ਸੀਗੀ, ਉਹਨਾਂ ਦੇ ਉੱਤੇ ਕੁਐਸਚਨ ਮਾਰਕ ਲੱਗਦਾ ਰਿਹਾ। ਕਿਉਂ? ਕਿਉਂਕਿ ਉਸ ਟਾਈਮ ਅਰਥ ਵਿਵਸਥਾ ਸੰਭਾਲਣ ਦੇ ਨਾਲ ਨਾਲ ਬਿਮਾਰੀ ਨੂੰ ਸੰਭਾਲਣਾ ਬੜਾ ਔਖਾ ਸੀਗਾ। ਉਸ ਟਾਈਮ ਹਰ ਗਵਰਨਮੈਂਟ ਨੇ, ਚਾਹੇ ਕਿਸੇ ਦੀ ਪਾਰਟੀ ਦੀ ਸੀਗੀ, ਉਹਨਾਂ ਨੇ ਭਰਪੂਰ ਸਾਥ ਦਿੱਤਾ, ਤੇ ਹੁਣ ਹੌਲੀ ਹੌਲੀ ਅਰਥ ਵਿਵਸਥਾ ਲਾਈਨ ਤੇ ਆ ਰਹੀ ਹੈ। ਤੁਸੀਂ ਬੜੇ ਸਿਆਣੇ ਹੋ ਜੀ। ਮੈਨੂੰ ਜਦੋਂ ਹਵਾਈ ਅੱਡਾ ਸੁਣਦਾ ਨਾ, ਮੈਨੂੰ ਲੱਗਦਾ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਾਹਰ ਭੇਜਣਾ ਚਾਹੁੰਦੇ ਹੋ। ਨਹੀਂ, ਇਹ ਨਹੀਂ ਗੱਲ ਹੁੰਦੀ। ਪੰਜਾਬ ਦੀ ਜਵਾਨੀ ਨੂੰ ਬਾਹਰ ਭੇਜਣਾ ਤੇ ਕੀ ਕਰੀਏ ਉਹਨਾਂ ਨੂੰ? ਫਿਰ ਕੀ ਕਰੀਏ, ਸਮੁੰਦਰੀ ਜਹਾਜ਼ ਥਣੀ ਜਾਓ ਤੁਸੀਂ? ਕਮਾਲ ਦੀ ਗੱਲ ਆ। ਹੁਣ ਜਿਹੜੇ ਬੰਦੇ ਨੇ ਬਾਹਰ ਜਾਣਾ ਉਹਨੇ ਨੈਚੁਰਲੀ ਹਵਾਈ ਜਹਾਜ਼ 'ਚ ਜਾਣਾ, ਹੋਰ ਕਾਹਤੇ ਜਾਣਾ? ਜੇ ਇੱਕ ਸਹੂਲਤ ਮਾਲਵੇ ਦੇ ਉੱਥੇ ਨਹੀਂ ਰਹਿ ਸਕਦੇ ਵੀ ਉਹ ਆਪ ਸਾਰੇ ਕੰਮ ਉੱਥੇ ਕਰਨ? ਦੇਖੋ, ਉਹਨਾਂ ਦੀ ਮਰਜ਼ੀ ਆ, ਉਹਨਾਂ ਦੀ ਮਰਜ਼ੀ ਆ, ਉਹ ਚੋਇਸ ਯੂਥ ਦੀ ਆ। ਹਰ ਬੰਦਾ ਜਦੋਂ ਆਪਣੀ ਵੀਡੀਓ ਪਾਉਂਦਾ ਵਾ, ਦੂਸਰਾ ਵਿਦਿਆਰਥੀ ਆਸਟ੍ਰੇਲੀਆ ਜਾ ਕੇ, ਕੈਨੇਡਾ ਕਿਤੇ ਵੀ ਜਾ ਕੇ ਪਾਉਂਦਾ, ਤੇ ਇੱਥੋਂ ਦੇ ਵਿਦਿਆਰਥੀ ਦੇ ਮਨ 'ਚ ਲਾਲਸਾ ਉੱਠਦੀ ਕਿ ਮੈਂ ਵੀ ਉੱਥੇ ਜਾਵਾਂ। ਤੇ ਜੇ ਉਹ ਬੱਚੇ ਪੜ੍ਹਨ ਜਾਣਾ ਚਾਹੁੰਦੇ ਆ, ਤੇ ਇੱਥੋਂ ਤੱਕ ਕਈ ਸਰਕਾਰਾਂ ਨੇ ਇਹ ਵੀ ਕਹਿਤਾ ਸੀ ਆਈਲੈਟਸ ਤੇ ਫ੍ਰੀ ਕੋਚਿੰਗ ਸੈਂਟਰ ਦੇ ਦਾਂਗੇ ਆਪਾਂ ਉਹਨਾਂ ਵਾਸਤੇ। ਇਹ ਸਵਾਲ ਉਹਨਾਂ ਨੂੰ ਵੀ ਪੁੱਛੋ ਨਾ, ਤੁਸੀਂ ਪੁੱਛ ਲੈਣੇ ਆ, ਤੁਹਾਡੇ ਨਾਲ ਹੀ ਬੈਠੇ, ਮੈਂ ਆ ਰਿਹਾ। ਠੀਕ ਹੈ ਜੀ। ਸੇਫ ਸਰ ਰੋਪੜ, ਹਾਂ ਬੋਲੋ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂ, ਮੈਂ ਗੱਲ ਕਰ ਰਿਹਾ ਸੀ ਉਸ ਟਾਈਮ ਲਾ ਐਂਡ ਆਰਡਰ ਦੀ, ਠੀਕ ਆ, ਉਹ ਗੱਲ ਮੇਰੀ ਕੰਪਲੀਟ ਹੋ ਗਈ ਸੀ। ਦੂਜੀ ਗੱਲ, ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ ਖਿਲਾਫ, ਉਹ ਹੈਗਾ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਵੱਡਾ ਫਰਕ ਹੈ। ਤੁਸੀਂ ਆਮ ਆਦਮੀ ਪਾਰਟੀ ਤੇ ਆਏ ਨੇ ਮਿੰਟ ਪਿੱਛੋਂ, ਮੇਰਾ ਸਵਾਲ ਸਿੱਧਾ ਪਹਿਲਾਂ ਆਪਦਾ ਜਵਾਬ ਦੇ ਦਿਓ ਨਾ, ਉਸ ਤੋਂ ਬਾਅਦ ਆ ਜਿਓ ਆਮ ਆਦਮੀ ਪਾਰਟੀ ਤੇ। ਰੋਪੜ ਸਾਹਿਬ, ਮੇਰਾ ਸਵਾਲ ਸਿੱਧਾ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਮ ਤੇ ਵੋਟਾਂ ਮੰਗਣੀਆਂ ਤੁਸੀਂ? ਬਿਲਕੁਲ, ਸਿੱਧੂ ਮੂਸੇਵਾਲੇ ਦੇ ਨਾਮ ਤੇ ਅਸੀਂ ਵੋਟਾਂ ਨਹੀਂ ਮੰਗਦੇ, ਪਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣਾ ਇੱਕ ਮੁੱਦਾ ਹੈ। ਇਹ ਵੀ ਇੱਕ ਮੁੱਦਾ ਹੈ। ਸਿੱਧੂ ਮੂਸੇਵਾਲੇ ਦੇ ਜਿਹੜਾ ਕਤਲ ਹੋਇਆ, ਉਹਨੂੰ ਇਨਸਾਫ ਦਿਵਾਉਣਾ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ। ਇਸ ਕਰਕੇ ਉਹ ਕੱਲਾ ਪੰਜਾਬ ਦਾ ਨਹੀਂ, ਉਹ ਵਿਸ਼ਵ ਦਾ ਮੁੱਦਾ ਬਣ ਚੁੱਕਿਆ। ਇਸ ਕਰਕੇ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਦੂਜੀ ਗੱਲ, ਜਿਹੜੀ ਮੈਂ ਇੱਕ ਗੱਲ ਕਹਿਣਾ, ਇਹਨਾਂ ਦੀ ਕਹਿਣੀ ਤੇ ਕਰਨੀ 'ਚ ਇਸ ਕਰਕੇ ਮੈਂ ਫਰਕ ਕਹਿਣਾ, ਉਹ ਮੁੱਦਾ ਇੱਕ ਬਹੁਤ ਵੱਡਾ ਵੀ ਜੇ ਇਹ ਕਹਿੰਦੇ ਸੀ ਇਹਨਾਂ ਨੇ ਸਰਦਾਰ ਭਗਤ ਸਿੰਘ ਦੀ ਜਾ ਕੇ ਉੱਥੇ ਸਹੁੰ ਚੱਕੀ ਆਪਣਾ, ਠੀਕ ਹੈ, ਪਰ ਹੋਇਆ ਕਿ 10 ਜੂਨ ਨੂੰ ਭਗਤ ਸਿੰਘ ਦਾ ਪਰਿਵਾਰ ਸੀਐਮ ਨੂੰ ਮਿਲਣ ਆਉਂਦਾ ਹੈ, ਪਰ ਇਹ ਉਹਨੂੰ ਉੱਥੇ ਇੰਟਰਵਿਊ ਨਹੀਂ ਹੋਣ ਦਿੱਤਾ ਸੀਐਮ ਦੇ ਰੈਜ਼ੀਡੈਂਸ ਕਿਸੇ ਨੇ। ਔਰ ਜੇ ਉਹਨਾਂ ਨੇ ਕਿਹਾ ਸਾਨੂੰ ਕਿਸੇ ਨਾਲ ਗੱਲ ਕਰਾ ਦਿਓ, ਕਿਸੇ ਪੀਏ ਨਾਲ, ਹੋਰ ਨਾਲ, ਕੋਈ ਨੰਬਰ ਦੇ ਦਿਓ, ਉਹਨੂੰ ਨੰਬਰ ਨਹੀਂ ਦਿੱਤਾ ਜਾਂਦਾ। ਔਰ ਤੀਜੀ ਗੱਲ, ਜੇ ਅੱਜ ਹਾਲਾਤ ਇਸ ਕਿਸਮ ਦੇ ਬਣੇ ਹੋਏ ਨੇ, ਭਗਵੰਤ ਮਾਨ ਸਾਹਿਬ ਕਹਿੰਦੇ ਵੀ ਜੇ ਕਿਸੇ ਨੂੰ ਇੰਨਾ ਲੋਕ ਪਿਆਰ ਕਰਦੇ ਹੋ ਬਿਨਾਂ ਸਿਕਿਉਰਿਟੀ ਤੋਂ ਜਾਵੇ, ਪਰ ਆਪ ਉਹ 3-3000 ਬੰਦਾ ਲੈ ਕੇ ਕਿਸੇ ਦੇ ਮਰਗ ਦੇ ਅਫਸੋਸ ਤੇ ਬੈਠਣ ਜਾਂਦੇ ਆ। ਚੌਥੀ ਗੱਲ, ਜੇ ਅੱਜ ਇਹ ਕਹਿੰਦੇ, ਪਿਛਲੀ ਵਾਰ ਜਦੋਂ ਗੱਲ ਹੋਈ, ਇਹ ਹਰ ਇੱਕ ਨੂੰ ਟੀਚਰ ਕਰਦੇ ਆ, ਕਹਿੰਦੇ ਇਹ ਤਾਂ ਬਾਕੀ ਸਾਰਿਆਂ ਨੇ ਉਹ ਕੋਲੇ ਦਾ ਇੱਧਰ ਉੱਧਰ ਕਰਨਾ, ਜਦਕਿ ਕੋਲਾ ਕੋਲੀਆਂ ਤੋਂ ਲਿੱਤਾ ਜਾਂਦਾ ਹੈ। ਕਹਿੰਦੇ ਮੈਂ ਤਾਂ ਮਈ 'ਚ ਝਾਰਖੰਡ 'ਚ ਜਾ ਕੇ ਕੋਲੇ ਦੀ ਖਾਨ ਦਾ ਉਦਘਾਟਨ ਕਰਨਾ, ਕੋਲਾ ਆਮੋ ਆਮ ਹੋ ਜਾਣਾ। ਉਹ ਮੇਰੇ ਖਿਆਲ ਦੇ ਵਿੱਚ 15 ਜੂਨ ਆ ਗਈ, ਉਹ ਵੀ ਕੋਈ ਗੱਲ ਨੇੜੇ ਤੇੜੇ ਲੱਗਦੀ ਨਹੀਂ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਇਹ ਬਹੁਤ ਵੱਡੇ ਮੁੱਦੇ ਨੇ ਪੰਜਾਬ ਦੇ, ਵੀ ਕਹਿਣੀ ਤੇ ਕਰਨੀ 'ਚ ਫਰਕ ਹੈ। ਲਾ ਐਂਡ ਆਰਡਰ ਇੱਕ ਬਹੁਤ ਵੱਡਾ ਮੁੱਦਾ ਹੈ, ਇਹ ਲੋਕਾਂ 'ਚ ਅਸੀਂ ਗੱਲ ਕਰ ਰਹੇ ਹਾਂ, ਲੋਕਾਂ 'ਚ ਨਿਭਾ ਰਹੇ ਹਾਂ। ਤੀਜੀ ਗੱਲ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਤੇ ਅਸੀਂ ਹਜੇ ਜਾਂਦੇ ਨਹੀਂ।
ਕਾਰਨ ਕੀ ਹੈ? ਸਮਾਂ ਦੇਣਾ ਚਾਹੀਦਾ। ਠੀਕ। ਮੇਰਾ ਜਾਤੀ ਰਾਏ ਹੈ ਉਹਦੇ ਵਾਸਤੇ ਸਮਾਂ ਮਿਲਣਾ ਚਾਹੀਦਾ ਹੈ, ਕਿਉਂਕਿ ਠੀਕ। ਰਾਤੋਂ ਰਾਤ ਕੋਈ ਕਰ ਨਹੀਂ ਸਕਦਾ। ਚਾਹੇ ਉਹ ਕਹਿ ਕੇ ਜੋ ਮਰਜ਼ੀ ਆਓ, ਮੈਂ ਹਰੇ ਪੈਨ ਨਾਲ ਪਹਿਲੇ ਦਿਨ ਆਹ ਕਰੂੰਗਾ, ਪਰ ਮੈਂ ਕਹਿੰਦਾ ਜੋ ਮੇਰੀ ਆਪਣੀ ਸਮਝ ਕਹਿੰਦੀ ਆ ਵੀ ਉਹਨੂੰ ਉਹਦੇ ਵਿੱਚ ਮੌਕਾ ਮਿਲਣਾ ਚਾਹੀਦਾ, ਉਹਨੂੰ ਸਮਾਂ ਮਿਲਣਾ ਚਾਹੀਦਾ ਪੂਰੇ ਕਰਨ ਵਾਸਤੇ। ਰੋਪੜ ਸਾਹਿਬ 9 ਵਿਧਾਨ ਸਭਾ ਹਲਕੇ ਸੀਗੇ, ਸਾਰੇ ਜਿੱਤੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ। ਤੁਸੀਂ ਕਹਿ ਰਹੇ ਹੋ ਕਿ ਪਾਰਟੀ ਦਾ ਗ੍ਰਾਫ ਇਹਨਾਂ ਡਾਊਨ ਪੰਜਾਬ ਦੇਖੋ, ਗੱਲ ਇੱਕ ਹੈ, ਅਸੀਂ ਪਿਛਲੀ ਵਾਰ 78-80 ਸੀਟਾਂ ਜਿੱਤੀਆਂ ਸੀ, ਇਹ ਵੀ ਕੋਈ ਰੱਟਾ ਨਹੀਂ ਹੈਗਾ। ਇਹ ਜੇ ਤੁਸੀਂ ਅੱਜ ਇਹਨਾਂ ਦੇ ਤੁਸੀਂ 9 ਵਿਧਾਨ ਸਭਾ ਹਲਕਿਆਂ ਦੀ ਗੱਲ ਕਰਦੇ ਹੋ, ਪਿਛਲੇ ਇਲੈਕਸ਼ਨ ਦੇ ਵੀ ਅਸੀਂ ਵੀ 78-80 ਸੀਟਾਂ ਜਿੱਤ ਕੇ ਰਾਜ ਭਾਗ ਚ ਆਏ ਸੀ। ਇਹ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਕਦੇ ਕੋਈ ਪਾਰਟੀ ਆਪਣਾ ਜਿਹੜਾ ਨੈਰੇਟਿਵ ਸੈੱਟ ਕਰ ਲੈਂਦੀ ਆ, ਉਹਦੇ ਮੁਤਾਬਕ ਉਹ ਹੈ। ਇਹਨਾਂ ਨੇ ਬਹੁਤ ਵੱਡੇ ਨੈਰੇਟਿਵ ਸੈੱਟ ਕੀਤਾ ਜੀ, ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ, ਉਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ। ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹਾਂ। ਠੀਕ ਹੈ। ਆਪਣੇ ਮਠਾੜੂ ਸਾਹਿਬ, ਇਉਂ ਲੱਗਦਾ ਕਿ ਬੀਜੇਪੀ ਤੇ ਤੁਸੀਂ ਇਕੱਠੇ ਇੱਕੋ ਲਾਈਨ ਤੇ ਚੱਲਦੇ ਹੋ। ਤੁਸੀਂ ਆਈਲੈਟਸ ਕਰਾਓਗੇ, ਇਹ ਹਵਾਈ ਅੱਡਾ ਬਣਾਉਣਗੇ। ਮਠਾੜੂ ਸਾਹਿਬ, ਪੰਜਾਬ ਦੀ ਜਵਾਨੀ ਨੂੰ ਇੱਥੇ ਰੱਖਣ ਵਾਸਤੇ ਕੁਝ ਹੈਗਾ ਪਲਾਨ ਕਿ ਨਹੀਂ? ਮਠਾੜੂ ਸਾਹਿਬ ਦੇਖੋ, ਜਿਹੜੀ ਪੰਜਾਬ ਦੀ ਜਵਾਨੀ ਦੀ ਗੱਲ ਹੈ ਨਾ, ਜਿਹੋ ਜੀ ਆਪਣੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਪਈ ਹੈ, ਹਰ ਇੱਕ ਮਾਂ ਨੂੰ, ਹਰ ਇੱਕ ਬਾਪ ਨੂੰ, ਮਾਤਾ ਪਿਤਾ ਨੂੰ ਇਹ ਚਿੰਤਾ ਰਹਿੰਦੀ ਹੈ 7 ਵਜੇ ਤੋਂ ਬਾਅਦ ਅਗਰ ਸਾਡਾ ਬੱਚਾ ਘਰ ਆਇਆ ਤਾਂ ਠੀਕ ਹੈ, ਅਗਰ ਨਹੀਂ ਆਇਆ ਤਾਂ ਉਹਨਾਂ ਨੂੰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਰੋਜ਼ ਮਰਡਰ ਹੋ ਰਹੇ ਨੇ। ਅੱਜ ਵੀ 2-3 ਮਰਡਰ ਹੋ ਗਏ, 2 ਲੁਧਿਆਣੇ, ਅੰਮ੍ਰਿਤਸਰ ਹੋ ਗਏ, 1 ਲੁਧਿਆਣਾ ਹੋ ਗਿਆ। ਹਰ ਰੋਜ਼ ਮਤਲਬ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਨਹੀਂ ਕਹਿ ਸਕਦੇ ਕਿ ਕੋਈ ਹੋਰ ਚੱਕਰ ਹੈ ਜਾਂ ਹੋਰ ਗੱਲ ਹੈ। ਇਹ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਜਿਹੜੀ ਬਾਹਰ ਜਾ ਰਹੀ ਹੈ। ਦੂਜੀ ਗੱਲ, ਮੈਂ ਇੱਕ ਕੇਪੀ ਜੀ ਗੱਲ ਕਰਾਂਗਾ ਨੈਗੇਟਿਵ ਤੇ ਪੋਜ਼ਿਟਿਵ ਦੀ। ਇੱਕ ਪੋਲਿਟਿਕਸ ਹੁੰਦੀ ਹੈ ਨੈਗੇਟਿਵ ਦੀ, ਇੱਕ ਹੁੰਦੀ ਹੈ ਪੋਜ਼ਿਟਿਵ ਦੀ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਨੈਗੇਟਿਵ ਦੀ ਰਾਜਨੀਤੀ ਨਹੀਂ ਕੀਤੀ। ਜਿਹੜੀਆਂ ਦੂਸਰੀਆਂ ਪਾਰਟੀਆਂ ਕਰਦੀਆਂ ਨੇ, ਇਹਨਾਂ ਨੇ ਇਹ ਨਹੀਂ ਕੀਤਾ, ਇਹਨਾਂ ਨੇ ਇਹ ਨਹੀਂ ਕੀਤਾ। ਜਿਸ ਤਰ੍ਹਾਂ ਤੁਹਾਡਾ ਕੁਐਸਚਨ ਬਹੁਤ ਵਧੀਆ ਸੀ ਸ਼ੁਰੂ ਤੋਂ, ਤੁਸੀਂ ਪੁੱਛਿਆ ਕਿ ਤੁਹਾਡਾ ਕੀ ਮੁੱਦਾ ਹੈ। ਜਿਹੜਾ ਸਾਡਾ ਮੁੱਦਾ ਸੀ, ਅਸੀਂ ਬਿਲਕੁਲ ਸਹੀ ਦੱਸਿਆ। ਇਹਨਾਂ ਨੇ ਅਗਰ ਚਾਹੇ ਕਾਂਗਰਸ ਹੈਗੀ ਚਾਹੇ ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਦੂਸਰੇ ਦੀਆਂ ਕਮੀਆਂ ਗਿਣਾਉਣੀਆਂ ਸ਼ੁਰੂ ਕਰ ਦੇਣੀਆਂ। ਆਮ ਆਦਮੀ ਪਾਰਟੀ ਅਗਰ ਇਲੈਕਸ਼ਨ ਲੜ ਰਹੀ ਹੈ ਤਾਂ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ 3 ਮਹੀਨਿਆਂ ਦੇ ਵਿੱਚ ਸਾਡੀ ਕੀ ਪੋਜ਼ਿਟਿਵਿਟੀ ਹੈ, ਅਸੀਂ ਕੀ ਪੋਜ਼ਿਟਿਵ। ਮਠਾੜੂ ਸਾਹਿਬ ਤੁਸੀਂ ਵਾਜਬ ਫਰਮਾ ਰਹੇ ਹੋ। ਮਠਾੜੂ ਸਾਹਿਬ ਤੁਸੀਂ ਵਾਜਬ ਫਰਮਾ ਰਹੇ ਹੋ। ਮਠਾੜੂ ਸਾਹਿਬ, ਤੁਸੀਂ ਤਾਂ ਪੰਥਕ ਕਾਰਡ ਚੱਲਣਾ ਸੀਗਾ, ਮਾਨ ਸਾਹਿਬ ਮੰਨੇ ਨਹੀਂ ਗਏ। ਮਾਨ ਸਾਹਿਬ ਦੀ ਤੇਰੇ ਹੈ ਨਹੀਂ ਸਾਡੇ ਨਾਲ ਡਿਬੇਟ 'ਚ, ਕੋਈ ਨਹੀਂ, ਉਹਨਾਂ ਨੂੰ ਵੀ ਸ਼ਾਮਲ ਕਰ ਲਾਂਗੇ ਕਦੇ। ਮਠਾੜੂ ਸਾਹਿਬ, ਤੁਸੀਂ ਤਾਂ ਪੰਥਕ ਕਾਰਡ ਚੱਲਣਾ ਸੀ ਪੂਰੇ ਦਾ ਪੂਰਾ, ਉਹ ਵੰਡਿਆ ਗਿਆ ਕਾਰਡ। ਹੁਣ ਤੁਹਾਨੂੰ ਪਤਾ ਲੱਗਾ ਤੁਹਾਡੀ ਪੋਜੀਸ਼ਨ ਕੀ ਹੈ? ਨਹੀਂ, ਇਹੋ ਜੀ ਕੋਈ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੰਘਰਸ਼ ਕਰਦਾ ਹੈ। ਮਾਨ ਸਾਹਿਬ ਤਾਂ ਪਹਿਲਾਂ ਵੀ ਇਲੈਕਸ਼ਨ ਲੜਦੇ ਰਹੇ। ਮਾਨ ਸਾਹਿਬ ਨੇ ਪਹਿਲਾਂ ਕਿਹੜਾ ਇਲੈਕਸ਼ਨ ਨਹੀਂ ਲੜੇ, ਔਰ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਸੀਟ ਜਿੱਤਦੀ ਰਹੀ ਹੈ ਪਹਿਲਾਂ। ਇਹਦੇ 'ਚ ਕੋਈ ਦੋਹਰਾ ਹੀ ਨਹੀਂ। ਚਲੋ ਨਹੀਂ, ਦੋਹਰਾਵਾਂ ਤਾਂ ਨਹੀਂ, ਪਰ ਸਵਾਲ ਇਹ ਹੈਗਾ ਜੇ ਮਾਨ ਸਾਹਿਬ ਤੁਹਾਡੇ ਨਾਲ ਬਹਿ ਜਾਂਦੇ, ਮਾਨ ਸਾਹਿਬ ਦੀ ਪੋਲਿਟਿਕਸ ਖਤਮ ਸੀ। ਜੇ ਮਾਨ ਸਾਹਿਬ ਦੇ ਪਿੱਛੇ ਤੁਸੀਂ ਲੱਗ ਜਾਂਦੇ, ਤੁਹਾਡੀ ਪੋਲਿਟਿਕਸ ਖਤਮ ਸੀ। ਮਠਾੜੂ ਸਾਹਿਬ, ਚੱਕਰ ਤਾਂ ਇਹੀ ਹੈ। ਅਹਿਬਾਬ ਗਰੇਵਾਲ, ਮੇਰਾ ਸਵਾਲ ਹੈ ਅਹਿਬਾਬ ਗਰੇਵਾਲ ਕਿ ਸਾਰੀਆਂ ਧਿਰਾਂ ਦਾ ਜ਼ੋਰ ਤੁਹਾਡੇ ਖਿਲਾਫ ਲੱਗਿਆ ਹੋਇਆ। ਗੁਰਮੇਲ ਸਿੰਘ ਬਹੁਤ ਵੱਡੇ ਕੈਂਡੀਡੇਟ ਹੈ, ਜਾਂ ਭਗਵੰਤ ਮਾਨ ਕੰਮ ਇੰਨੇ ਕਰ ਗਏ ਕਿ ਡਰ ਇੰਨਾ ਹੈਗਾ, ਜਾਂ ਤੁਹਾਡੀ ਮੌਜੂਦਾ ਸਰਕਾਰ ਹੈਗੀ ਹੈ ਇਸ ਕਰਕੇ ਇਹਨਾਂ ਪਾਰਟੀਆਂ ਨੂੰ ਲੱਗਦਾ ਪਿਆ? ਤੁਹਾਡਾ ਨੰਬਰ ਕਿਹੜਾ ਅਹਿਬਾਬ ਗਰੇਵਾਲ, ਪਹਿਲਾ, ਦੂਜਾ, ਤੀਜਾ? ਦੇਖੋ ਜੀ, ਨੰਬਰ ਤਾਂ ਪਹਿਲਾ ਹੀ ਹੈ। ਜਿਹੜੀ ਗੱਲ ਹੈ ਗੁਰਮੇਲ ਸਿੰਘ, ਕੋਈ ਵੀ ਨਹੀਂ ਕਹੂਗਾ ਦੂਜਾ, ਸਾਰੇ ਪਹਿਲੇ ਕਹਿਣਗੇ। ਅਹਿਬਾਬ ਗਰੇਵਾਲ ਬੋਲੋ। ਪੰਜਾਬ 'ਚ ਪਹਿਲੀ ਵਾਰੀ ਇੱਕ ਸਧਾਰਨ ਘਰ ਤੋਂ ਲੜਕਾ ਸੀਐਮ ਬਣਿਆ। ਮਾਨ ਸਾਹਿਬ ਸਧਾਰਨ ਕਰਦੇ ਨੇ, ਇਸ ਤਰ੍ਹਾਂ ਹੀ ਗੁਰਮੇਲ ਸਿੰਘ ਸਧਾਰਨ ਕਰਦੇ ਨੇ। ਐਂਡ ਪੰਜਾਬ 'ਚ ਜਿਹੜਾ ਕਲਚਰ ਚੇਂਜ ਹੋਇਆ ਨਾ, ਕਿ ਜਿਹੜਾ ਐਲੀਟਸ ਦੇ ਹੱਥੋਂ ਪਾਵਰ ਗਈ ਹੈ, ਅਸੀਂ ਇਹਦੇ ਸਿਰ ਤੇ ਇਲੈਕਸ਼ਨ ਲੜ ਰਹੇ ਹਾਂ। ਪਹਿਲੀ ਗੱਲ। ਦੂਜੀ ਗੱਲ, ਤੁਸੀਂ ਗੱਲ ਕੀਤੀ ਮੁੱਦਿਆਂ ਦੀ, ਮੈਂ ਸਭ ਦੀਆਂ ਗੱਲਾਂ ਸੁਣ ਲਈਆਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਨੂੰ ਇੱਕ ਵੀ ਦੱਸੋ ਬੰਦਾ ਜਿਹਨੇ ਪੋਜ਼ਿਟਿਵ ਗੱਲ ਕੀਤੀ ਹੋਵੇ। ਅਸੀਂ ਪੋਜ਼ਿਟਿਵਲੀ ਲੋਕਾਂ ਨੂੰ ਇੱਕ ਗੱਲ ਕਹਿ ਰਹੇ ਹਾਂ ਕਿ ਸਾਡੇ ਜਿਹੜੇ ਕਦਮ ਚੱਕੇ ਗਏ, ਅਸੀਂ ਜਿਹੜਾ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਇਹ ਦੇਣਾ ਚਾਹੁੰਦੇ ਹਾਂ ਕਿ ਅਣਥੱਕ ਪ੍ਰਯਾਸ ਕੀਤੇ ਜਾਣਗੇ ਪੰਜਾਬ ਦਾ ਸਟੈਂਡਰਡ ਆਫ ਲਿਵਿੰਗ ਬੈਟਰ ਕਰਨ ਲਈ। ਹੁਣ ਦੇਖੋ ਕੇਪੀ ਜੀ, ਪੋਲਰਾਈਜੇਸ਼ਨ ਦੀ ਪੋਲਿਟਿਕਸ ਵੀ ਚੱਲ ਰਹੀ ਹੈ। ਬੀਜੇਪੀ ਦੇ ਅਕਾਲੀ ਦਲ ਦੇ ਵਿਚਾਰ ਏਦਾਂ ਵੀ ਮਿਲਦੇ ਨੇ ਕਿ ਕਿਤੇ ਨਾ ਕਿਤੇ ਸਮਾਜ ਨੂੰ ਵੰਡ ਕੇ ਵੀ ਆਪਾਂ ਪੋਲਰਾਈਜ਼ ਕਰਕੇ ਵੀ ਵੋਟਾਂ ਲੈ ਸਕਦੇ ਹਾਂ। ਸੋ ਇਹ ਗੱਲ, ਇਹਦੇ 'ਚ ਮੈਨੂੰ ਕੋਈ ਦੋ ਰਾਏ ਨਹੀਂ ਕਿ ਇਹਨਾਂ ਦੀ ਰਾਜਨੀਤੀ ਇੱਕ ਲਾਈਨ ਤੇ ਚੱਲਦੀ ਹੈ, ਪਰ ਉਹਨੂੰ ਨਕਾਰ ਚੁੱਕੇ ਆ ਲੋਕ। ਤੁਸੀਂ ਰਾਜਨੀਤੀ ਕਰੈਕਟ ਕਰ ਦਿਓ ਨਾ ਅਹਿਬਾਬ ਗਰੇਵਾਲ। ਜਿਹੜੀ ਇਹ ਬੰਦੀ ਸਿੰਘਾਂ ਦੀ ਮੰਗ ਕਰਦੇ ਆ, ਤੁਸੀਂ ਉਹਦੇ ਖਿਲਾਫ ਹੋ? ਸਰ, ਅਸੀਂ ਬਿਲਕੁਲ ਨਹੀਂ ਖਰਾਬ। ਜਿਹਦੀ ਸਜ਼ਾ ਪੂਰੀ ਹੋ ਗਈ ਉਹਨੂੰ ਜ਼ਰੂਰ ਬਾਹਰ ਹੋਣਾ ਚਾਹੀਦਾ। ਹੁਣ ਗੱਲ ਇਹ ਹੈ ਕਿ 2012 ਤੱਕ ਤਾਂ ਸਭ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਸੀ ਨਾ। ਅਕਾਲੀ ਦਲ ਤਾਂ 14 ਤੋਂ ਸਰਕਾਰ ਸੀਗਾ, ਇਹ ਤਾਂ ਹੁਣ ਪਰੇ ਹੋਏ ਨੇ ਬੀਜੇਪੀ ਤੋਂ। 14 ਤੋਂ ਸਰਕਾਰ 'ਚ ਇਹ ਨਾਲ ਹੀ ਸੀਗੇ ਨਾ ਜੀ। ਹੁਣ ਇਹ ਪੂਰੇ ਹੋਏ ਨੇ, ਸਜ਼ਾਵਾਂ ਤਾਂ ਪੂਰੀਆਂ ਹੋਈਆਂ ਨੂੰ ਕਿੰਨੇ ਸਾਲ ਹੋ ਗਏ। ਹੁਣ ਗੱਲ ਇੱਕ ਡਬਲ ਸਟੈਂਡਰਡ ਨਹੀਂ ਚੱਲਣਗੇ ਜੀ। ਚਲੋ, ਇਹ ਸਵਾਲ ਮੈਂ ਪਹਿਲਾਂ ਕਰ ਚੁੱਕਿਆ। ਚੇਤਨ ਜੋਸ਼ੀ, ਤੁਸੀਂ ਵੀ ਖਿਲਾਫ ਹੋ ਬੰਦੀ ਸਿੰਘਾਂ ਦੀ ਰਿਹਾਈ ਦੇ? ਕਦੀ ਵੀ ਨਹੀਂ। ਤੇ ਫਿਰ ਕੀਤੀ ਤਾਂ ਹੈ ਨਹੀਂ। ਮੰਗ ਇੰਨੀ ਕਰੀ ਜਾਂਦਾ ਅਕਾਲੀ ਦਲ, ਤੁਹਾਡੇ ਨਾਲ ਰਿਹਾ ਉਦੋਂ ਹੀ ਮੰਗ ਕਰਦਾ ਸੀ, ਬਾਹਰ ਆ ਹੁਣ ਹੀ ਮੰਗ ਕਰਦਾ ਪਿਆ। ਦੇਖੋ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਇਸ ਤੋਂ ਪਿਛਲੀ ਸਰਕਾਰ ਕਾਂਗਰਸ ਸੀ, ਉਸ ਤੋਂ ਪਹਿਲੋਂ ਅਸੀਂ ਭਾਈਵਾਲੀ ਸੀਗੇ।
ਪੰਜਾਬ ਦੇ ਲੋਕਲ ਮੁੱਦਿਆਂ ਨੂੰ ਉਠਾਉਣ ਵਾਸਤੇ ਵੱਖ-ਵੱਖ ਟਾਈਮ ਤੇ ਵੱਖ-ਵੱਖ ਸੁਰਾਂ ਉੱਠੀਆਂ ਜ਼ਰੂਰ ਆ, ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਐਸੀ ਗੱਲ ਹੋਊਗੀ ਜ਼ਰੂਰ ਜਿਸ ਕਰਕੇ ਅਜੇ ਤੱਕ ਇਹ ਫਰਮਾਨ ਪੂਰੀ ਤਰ੍ਹਾਂ ਜਾਰੀ ਨਹੀਂ ਹੋਏ। ਲੇਕਿਨ ਇਹ ਮੁੱਦਾ ਵਿਚਾਰਧੀਨ ਆ ਬੀਜੇਪੀ ਦੇ ਵਿੱਚ, ਔਰ ਵਿਚਾਰਧੀਨ ਆ ਕਿ ਇੱਥੇ ਕੰਮ ਵੀ ਹੋ ਰਿਹਾ ਔਰ ਜਲਦ ਹੀ ਤੁਹਾਨੂੰ ਇਸ ਦੇ ਪੋਜ਼ਿਟਿਵ ਨਹੀਂ। ਉਹਦਾ ਅਕਾਲੀ ਦਲ ਤਾਂ ਕਹਿੰਦਾ 550 ਸਾਲ ਗੁਰਪੁਰਬ ਤੇ ਤੁਸੀਂ ਅਨਾਉਂਸਮੈਂਟ ਕੀਤੀ ਸੀ, ਉਹ ਤੁਸੀਂ ਪੂਰੀ ਨਹੀਂ ਕਰਦੇ। ਨਹੀਂ ਦੇਖੋ, ਕਈ ਐਸੇ ਮੁੱਦੇ ਨੇ ਜਿਹੜੇ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਇਸ ਟਾਈਮ ਪਿੱਛੇ ਪੈਂਦੀ ਜਾ ਰਹੀ ਹੈ। ਤੁਸੀਂ ਕਹਿ ਰਹੇ ਜੀ ਉਹਨਾਂ ਨੂੰ ਵਕਤ ਦੇਣਾ ਚਾਹੀਦਾ, ਜਿਸ ਤਰ੍ਹਾਂ ਕਿ ਸੁਖਦੇਵ ਜੀ ਨੇ ਗੱਲ ਕੀਤੀ। ਕਈ ਐਸੇ ਮੁੱਦੇ ਹੁੰਦੇ ਨੇ ਜਿਹੜੇ ਰਾਸ਼ਟਰੀ ਸਿਸਟਮ ਦੇ ਵਿੱਚ ਆਉਂਦੇ ਨੇ, ਨੈਸ਼ਨਲਿਜ਼ਮ ਦੇ ਵਿੱਚ ਆਉਂਦੇ ਨੇ, ਫੈਡਰਲ ਮੁੱਦੇ ਹੁੰਦੇ ਨੇ। ਉਹਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਇੰਨੀ ਗੱਲ ਆਲਰੇਡੀ ਕਹਿ ਚੁੱਕੇ ਆ ਵੀ ਅਸੀਂ ਇਸ ਉੱਤੇ ਵਰਕ ਕਰਦੇ ਪਏ ਆ ਤੇ ਇਹ ਚੀਜ਼ ਹੋਏਗੀ ਤੇ ਉਹ ਕਰਕੇ ਦੱਸਾਂਗੇ। ਚਲੋ, ਇਹ ਬੰਦੀ ਸਿੰਘਾਂ ਦੀ ਰਿਹਾਈ ਰਾਸ਼ਟਰਵਾਦ ਦੇ ਖਿਲਾਫ ਤਾਂ ਨਹੀਂ ਨਾ, ਬਿਲਕੁਲ ਕਿਸੇ ਦੇ ਖਿਲਾਫ ਨਹੀਂ। ਜਦੋਂ ਇੱਕ ਬੰਦੇ ਦੀ ਸੇਵਾ, ਇੱਕ ਬੰਦੇ ਦੀ ਸਜ਼ਾ ਪੂਰੀ ਹੋ ਜਾਂਦੀ ਜਦੋਂ ਉਹਨਾਂ ਦੀ, ਤੇ ਉਹਨਾਂ ਦਾ ਰਾਈਟ ਆ ਬਾਹਰ ਆਉਣਾ। ਉਹ ਕਿਹੜੇ ਮੁੱਦੇ ਨੇ ਕਿਹੜੇ ਨਹੀਂ ਨੇ, ਇਹ ਆਮ ਆਦਮੀ ਪਾਰਟੀ ਵੀ ਜਾਣਦੀ ਹੈ, ਕਾਂਗਰਸ ਵੀ ਜਾਣਦੀ ਹੈ ਤੇ ਅਕਾਲੀ ਦਲ ਵੀ ਜਾਣਦੇ ਨੇ। ਲੇਕਿਨ ਜੇ ਭਾਰਤੀ ਜਨਤਾ ਪਾਰਟੀ ਨੇ ਇੰਨੀ ਗੱਲ ਕਹੀ ਆ, ਇਹ ਚੀਜ਼ ਹੋਗੀ ਤੇ ਹੋ ਕਰਕੇ ਦੱਸਾਂਗੇ। ਠੀਕ ਉਸ ਤਰ੍ਹਾਂ ਕਰਕੇ ਦੱਸਾਂਗੇ ਜਿਸ ਤਰ੍ਹਾਂ ਇੱਕ ਵਕਤ ਲੱਗਦਾ, ਲੇਕਿਨ 370 ਤੋੜੀ ਇੱਕ ਵਕਤ ਲੱਗਾ ਸੀ ਰਾਮ ਮੰਦਿਰ ਦਾ ਨਿਰਮਾਣ ਕੀਤਾ। ਇਹ ਵੀ ਇਨਸਾਫ ਜ਼ਰੂਰ ਮਿਲੇਗਾ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਇਸ ਗੱਲ ਤੇ ਯਕੀਨ ਰੱਖੋ। ਚਲੋ, ਇੱਕ ਹੋਰ ਛੋਟਾ ਵਕਫਾ ਲਵਾਂਗਾ, ਵਕਫੇ ਤੋਂ ਵਾਪਸ ਆਊਂਗਾ। ਸਾਰੀਆਂ ਪਾਰਟੀਆਂ ਨੂੰ ਮੈਂ ਇੱਕ ਸਵਾਲ ਕਰੂੰਗਾ, ਹਾਲਾਂਕਿ ਇਹਨਾਂ ਨੇ ਜਵਾਬ ਮੈਨੂੰ ਦੇਣਾ ਨਹੀਂਗਾ, ਮੈਂ ਕੋਸ਼ਿਸ਼ ਕਰੂੰਗਾ। ਪੁੱਛੂੰਗਾ ਜੇ ਇਮਾਨਦਾਰ ਨਾਲ ਦੱਸ ਸਕਣ ਕਿ ਕਿਹੜੀ ਪਾਰਟੀ ਪਹਿਲੇ ਨੰਬਰ ਤੇ, ਦੂਜੇ ਨੰਬਰ, ਤੀਜੇ ਨੰਬਰ ਤੇ ਇਸ ਵਕਤ ਆ ਰਹੀ ਹੈ। ਸਾਨੂੰ ਤਾਂ ਪਤਾ ਕਿਹੜੀ ਪਾਰਟੀ ਇਸ ਵਕਤ ਪਹਿਲੇ ਨੰਬਰ ਤੇ ਹੈ ਤੇ ਕਿਹੜੀ ਦੂਜੇ ਤੇ ਹੈ ਤੇ ਕਿਹੜੀ ਤੀਜੇ ਤੋਂ ਪੰਜਵੇਂ ਤੇ ਵੀ ਜਾ ਸਕਦੀ। ਵਾਪਸ ਆ ਰਿਹਾ। ਸੰਗਰੂਰ ਚ ਕਿਹੜਾ ਕਾਰਡ ਚੱਲੇਗਾ ਤੇ ਵੱਡਾ ਸਵਾਲ ਸਾਡੇ ਅੱਗੇ ਇਹ ਪਿਆ ਕਿ ਸੰਗਰੂਰ ਜਿਮਨੀ ਚੋਣ ਦੀ ਜੰਗ ਚ ਕਿਹੜੀ ਰਾਜਨੀਤੀ ਜੇਤੂ ਰੱਥ ਤੇ ਸਵਾਰ ਹੋਵੇਗੀ। ਸੰਗਰੂਰ ਦੇ ਵਿੱਚ ਬਹੁਤ ਵੱਡੇ ਵੱਡੇ ਪਰਿਵਾਰ ਰਹਿੰਦੇ ਆ, ਢੀਂਡਸਾ ਪਰਿਵਾਰ, ਬਰਨਾਲਾ ਪਰਿਵਾਰ, ਪੱਠਲ ਪਰਿਵਾਰ, ਰੋਪੜ ਸਾਹਿਬ। ਤੁਹਾਡੇ ਤੋਂ ਪੁੱਛੂੰਗਾ ਰੋਪੜ ਸਾਹਿਬ, ਇਮਾਨਦਾਰ ਨਾਲ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੀ ਪਾਰਟੀ ਇਸ ਵਕਤ ਕਿੱਥੇ ਸਟੈਂਡ ਕਰਦੀ ਪਈ ਤੇ ਬਾਕੀ ਪਾਰਟੀਆਂ ਕਿੱਥੇ ਸਟੈਂਡ ਕਰਦੀਆਂ ਪਈਆਂ? ਜੇ ਰੋਪੜ ਸਾਹਿਬ ਇਮਾਨਦਾਰ ਨਾਲ ਜਵਾਬ ਦੇ ਸਕਦੇ ਹੋ ਤਾਂ। ਨਹੀਂ ਦੇਖੋ, ਗੱਲ ਇੱਕ ਹੈ, ਅਸੀਂ ਇੱਥੇ ਇਮਾਨਦਾਰ ਨਾਲ ਹੀ ਜਵਾਬ ਦੇਣ ਨੂੰ ਬੈਠੇ ਹਾਂ। ਕੇਪੀ ਜੀ, ਸਾਡੀ ਇਮਾਨਦਾਰੀ ਤੇ ਸ਼ੱਕ ਨਾ ਕਰੋ। ਦੇਖੋ, ਦੂਜੀ ਗੱਲ, ਚਲੋ ਫਿਰ ਮੈਂ ਸਵਾਲ ਕਰ ਲੈਣਾ, ਸਿੱਧਾ ਹੀ ਸਵਾਲ ਕਰ ਲੈਣਾ। ਤੁਸੀਂ ਬੜੇ ਬੇਬਾਕ ਬੋਲਣ ਵਾਲੇ ਹੋ। ਕਾਂਗਰਸ ਪਾਰਟੀ ਤੀਜੇ ਨੰਬਰ ਤੇ ਹੈ? ਨਹੀਂ, ਕਾਂਗਰਸ ਪਾਰਟੀ ਪਹਿਲੇ ਨੰਬਰ ਦੀ ਲੜਾਈ ਲੜ ਰਹੀ ਹੈ ਔਰ ਪਹਿਲੇ ਨੰਬਰ ਤੇ ਅਸੀਂ ਆਵਾਂਗੇ। ਇਹ ਤੁਹਾਨੂੰ ਆਉਣ 26 ਜੂਨ ਨੂੰ ਪਤਾ ਲੱਗ ਜਾਊਗਾ। ਚਲੋ, ਇੱਕ ਸਵਾਲ ਹੋਰ ਕਰ ਲੈਣਾ ਰੋਪੜ ਸਾਹਿਬ ਇੱਕ ਸਵਾਲ ਹੋਰ ਕਰ ਲੈਣਾ। ਅਕਾਲੀ ਦਲ ਚੌਥੇ ਨੰਬਰ ਤੇ ਹੈ? ਦੇਖੋ, ਮੈਂ ਇੱਥੇ ਕਿਸੇ ਪਾਰਟੀ ਦਾ ਅੰਕਲਨ ਕਰਨ ਨਹੀਂ ਆਇਆ। ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ, ਅਸੀਂ ਆਪਦੀ ਪਾਰਟੀ ਦੀ ਗੱਲ ਰੱਖਣੀ ਆ, ਆਪਦੀ ਪਾਰਟੀ ਦੀ ਗੱਲ ਰੱਖਦੇ ਆ। ਅਸੀਂ ਜੇ ਕਿਸੇ ਦੇ ਖਿਲਾਫ ਗੱਲ ਰੱਖਦੇ ਆ, ਉਹ ਵੀ ਉਹ ਰੱਖਦੇ ਆ ਜਿਹੜੀ ਕੋਈ ਮੁੱਦਾ ਹੋਵੇ। ਬਿਨਾਂ ਮੁੱਦੇ ਦੀ, ਬਿਨਾਂ ਕਿਸੇ ਗੱਲ ਨੂੰ ਘੁਮਾ ਕੇ ਕਿਸੇ ਦੀ ਕ੍ਰਿਟਿਸਿਜ਼ਮ ਨਹੀਂ ਕਰਦੇ। ਜੇ ਕ੍ਰਿਟਿਸਿਜ਼ਮ ਕਰਦੇ ਆ ਤਾਂ ਕੰਸਟਰਕਟਿਵ ਕਰਦੇ ਆ ਤੇ ਉਹੀ ਅਸੀਂ ਕੋਸ਼ਿਸ਼ ਕਰਦੇ ਆ। ਚਲੋ, ਸਿੱਧਾ ਸਵਾਲ ਹੋਰ ਕਰ ਦਿੰਦਾ। ਕੇਵਲ ਸਿੰਘ ਢਿੱਲੋਂ ਦੀਆਂ ਆਪਦੀਆਂ ਵੋਟਾਂ ਵੀ ਹੈਗੀਆਂ, ਬੀਜੇਪੀ ਨਾਲ ਵੀ ਥੋੜਾ ਫਰਕ ਪਊਗਾ, ਕਾਂਗਰਸ ਨੂੰ ਡੈਂਟ ਪਊਗਾ? ਬਿਲਕੁਲ ਨਹੀਂ ਪੈਂਦਾ ਜੀ। ਕੇਵਲ ਸਿੰਘ ਢਿੱਲੋਂ ਉਹਨਾਂ ਦੇ ਜਿਹੜਾ ਜੇ ਐਡੀ ਉਹ ਪਾਪੂਲਰ ਹੁੰਦੇ, ਉਹਨਾਂ ਨੂੰ ਪਿਛਲੀ ਵਾਰ ਪਾਰਲੀਮੈਂਟ ਦੀ ਟਿਕਟ ਦਿੰਦੀ, ਉਹ ਜਿੱਤ ਜਾਂਦੇ। ਉਹਨਾਂ ਦੀਆਂ ਆਪਦੀਆਂ ਵੋਟਾਂ ਆਉਂਦੀਆਂ। ਆਪਦੀਆਂ ਵੋਟਾਂ ਕਿਸੇ ਦੀਆਂ ਕੋਈ ਨਹੀਂ ਹੁੰਦੀਆਂ, ਪਾਰਟੀ ਦੀਆਂ ਵੋਟਾਂ ਹੁੰਦੀਆਂ। ਪਾਰਟੀ ਦੀਆਂ ਵੋਟਾਂ ਪਾਰਟੀ ਨੂੰ ਹੀ ਪੈਣੀਆਂ ਹੁੰਦੀਆਂ। ਆਪਦੀਆਂ ਵੋਟਾਂ ਦਾ ਭਰਮ ਭੁਲੇਖਾ 2022 ਦੇ ਇਲੈਕਸ਼ਨਾਂ 'ਚ ਵੀ ਬਹੁਤ ਬੰਦਿਆਂ ਦਾ ਨਿਕਲਿਆ ਤੇ ਇਹ ਅੱਗੇ ਨੂੰ ਵੀ ਨਿਕਲਦਾ ਰਹਿਣਾ, ਕਿਉਂਕਿ ਵੋਟਾਂ ਉਹਦੀਆਂ ਪਰਸਨਲ ਕਿਸੇ ਦੇ ਨਹੀਂ ਹੁੰਦੀਆਂ, ਵੋਟਾਂ ਪਾਰਟੀ ਦੀ ਹੁੰਦੀਆਂ। ਪਾਰਟੀ ਦੇ ਨਾਲ ਹੀ ਵੋਟਾਂ ਨੇ ਪੈਣਾ ਹੁੰਦਾ। ਚਲੋ, ਦਲਵੀਰ ਗੋਲਡੀ ਤੁਹਾਨੂੰ ਲੱਗਦਾ ਮਜ਼ਬੂਤ ਕੈਂਡੀਡੇਟ ਹੈ? ਬਿਲਕੁਲ। ਦੇਖੋ, ਇਹ ਜਿਹੜੀ ਗੱਲ ਗਰੇਵਾਲ ਸਾਹਿਬ ਕਹਿੰਦੇ ਆ, ਇਹ ਕਹਿੰਦੇ ਸਧਾਰਨ, ਸਾਡਾ ਪ੍ਰਧਾਨ ਵੀ ਸਧਾਰਨ ਪਰਿਵਾਰ ਚੋਂ ਹੈ, ਸਾਡਾ ਕੈਂਡੀਡੇਟ ਵੀ ਸਧਾਰਨ ਪਰਿਵਾਰ ਚੋਂ। ਇਹ ਕੋਈ ਬਹੁਤ ਵੱਡੀ ਉਹ ਗੱਲ ਨਹੀਂ ਹੈ ਕਿ ਸਧਾਰਨ ਪਰਿਵਾਰ ਇਕੱਲੇ ਉਹਨਾਂ ਕੋਲ ਹੀ ਹੈ, ਸਾਰਿਆਂ ਕੋਲ ਹੀ ਹੈ। ਸਾਡਾ ਜਿਹੜਾ ਕੈਂਡੀਡੇਟ ਆ ਉਹ ਵੀ ਸਧਾਰਨ ਪਰਿਵਾਰ ਚੋਂ ਹੀ ਹੈ ਤੇ ਸਾਡਾ ਪ੍ਰਧਾਨ ਵੀ ਸਧਾਰਨ ਪਰਿਵਾਰ ਚੋਂ ਹੀ। ਚਲੋ, ਮੈਂ ਐਜੂਕੇਸ਼ਨ ਪੱਖੋਂ ਵੀ ਗੱਲ ਕਰਨਾ ਚਾਹੂੰਗਾ। ਚੇਤਨ ਜੋਸ਼ੀ ਜੀ, ਤੁਹਾਡੇ ਕੈਂਡੀਡੇਟ ਦੀ ਐਜੂਕੇਸ਼ਨ, ਤੁਹਾਡੇ ਕੈਂਡੀਡੇਟ ਦੇ ਕੋਲ ਜਿਹੜੀ ਉਹਦੀ ਆਰਥਿਕ ਤੌਰ ਤੇ ਮਜ਼ਬੂਤੀ ਹੈ, ਤੁਹਾਡੀ ਏਡੀ ਵੱਡੀ ਪਾਰਟੀ ਹੈ, ਕਿਹੜੇ ਮੁੱਦਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਨੂੰ ਵੋਟ ਪਾਉਣਗੇ? ਦੇਖੋ ਜੀ, ਸਰਦਾਰ ਕੇਵਲ ਸਿੰਘ ਢਿੱਲੋਂ ਹੋਣਾ ਦੀ ਜੇ ਤੁਸੀਂ ਆਰਥਿਕਤਾ ਦੀ ਗੱਲ ਕਰਦੇ ਪਏ, ਉਹਨਾਂ ਨੇ ਬਹੁਤ ਵੱਡਾ ਇੱਕ ਕੋਲਡ ਡਰਿੰਕ, ਸੌਫਟ ਡਰਿੰਕ ਰੈਵੋਲੂਸ਼ਨ ਲੈ ਕੇ ਆਏ ਸੀਗੇ। ਇਹਨੂੰ ਅਸੀਂ ਪੈਪਸੀ ਕਹਿੰਦੇ, ਤੇ ਉਦਾਂ ਦੇ ਕਾਫੀ ਉਹਨਾਂ ਨੇ ਰੁਜ਼ਗਾਰ ਉਦੋਂ ਪੈਦਾ ਕੀਤੇ ਸੀਗੇ ਔਰ ਹੋਏ ਵੀ ਨੇ। ਦੂਸਰੀ ਗੱਲ ਇਹ ਹੈਗੀ ਆ ਕਿ ਬੀਜੇਪੀ ਦੇ ਨਾਲ ਲੋਕ ਜੁੜਦੇ ਪਏ ਨੇ ਡੇ ਬਾਈ ਡੇ। ਮੋਦੀ ਹੈ ਤਾਂ ਮੁਮਕਿਨ ਹੈ, ਸਿੱਧੀ ਜੀ ਗੱਲ ਆ। ਔਰ ਜਿਸ ਤਰ੍ਹਾਂ ਦੀਆਂ ਸਾਡੀਆਂ ਨੈਸ਼ਨਲ ਪਾਲਿਸੀਜ਼ ਨੇ, ਅੱਜ ਸਾਡੇ ਜਿਸ ਤਰ੍ਹਾਂ ਗੱਲ ਕੀਤੀ ਹੈ ਬਾਬ ਹੋਣਾ ਨੇ ਕਿ ਕਿਸਾਨੀ ਦੇ ਮੁੱਦੇ ਆ, ਦੂਸਰੇ ਤੀਸਰੇ ਮੁੱਦੇ ਆ। ਅਸੀਂ ਫਾਰਮਿੰਗ ਐਜੀਟੇਸ਼ਨ ਜਦੋਂ ਹੋਈ ਸੀ, ਉਸ ਬਿੱਲ ਦੇ ਵਿੱਚ ਅਸੀਂ ਇੱਕ ਚੀਜ਼ ਮੈਂਸ਼ਨ ਕੀਤੀ ਸੀ ਕਿ 5.25 ਲੱਖ ਕਰੋੜ ਦਾ ਮਾਈਕਰੋ ਇਰੀਗੇਸ਼ਨ ਸਿਸਟਮ
यानी कि 5.25 ਲੱਖ ਕਰੋੜ ਰੁਪਈਆ ਉਹ ਖਰਚ ਕੇ ਮਾਈਕਰੋ ਇਰੀਗੇਸ਼ਨ ਸਿਸਟਮ ਲਿਆ ਕੇ ਜ਼ਮੀਨੀ ਸਤਰ ਤੇ ਡਿੱਗਦੇ ਹੋਏ ਪਾਣੀ ਨੂੰ ਬਚਾਉਣ ਦਾ ਸਿਸਟਮ ਸੀਗਾ। ਠੀਕ ਆ, ਕਿਤੇ ਨਾ ਕਿਤੇ ਸਾਡੇ ਕਿਸਾਨ ਵੀਰਾਂ ਨੇ ਉਸ ਟਾਈਮ ਇੱਕ ਜ਼ਿੱਦ ਕੀਤੀ ਸੀ, ਅਸੀਂ ਵੀ ਕਿਹਾ ਸੀ ਸਾਡੀ ਤਪੱਸਿਆ 'ਚ ਕਿਤੇ ਕਮੀ ਰਹਿ ਗਈ ਹੈ, ਲੇਕਿਨ ਸਾਡੀ ਤਪੱਸਿਆ ਜਾਰੀ ਰਹੇਗੀ। ਮੇਰਾ ਇੱਕ ਸਵਾਲ ਹੈ, ਅਸੀਂ ਕਿਸਾਨਾਂ ਦੇ ਹੱਕ 'ਚ ਲਗਾਤਾਰ ਲੱਗੇ ਉਹਨਾਂ ਤੇ ਸੁਧਾਰ ਕਰਕੇ। ਮੇਰਾ ਸਵਾਲ ਹੈ, ਸੰਗਰੂਰ ਉਹ ਬੈਲਟ ਆ ਜਿਹੜਾ ਸਭ ਤੋਂ ਵੱਧ ਕਣਕ ਪੈਦਾ ਕਰਦਾ, ਜਿਹਨੂੰ ਬੜੇ ਅਵਾਰਡ ਮਿਲਦੇ ਆ ਸੰਗਰੂਰ ਨੂੰ, ਜੇ ਤੁਹਾਨੂੰ ਯਾਦ ਹੈ। ਤੁਹਾਨੂੰ ਪਤਾ ਜੀ, ਮੈਂ ਐਗਰੋ ਇੰਡਸਟਰੀਲਿਸਟ ਹਾਂ। ਚੇਤਨ ਜੋਸ਼ੀ, ਸਵਾਲ ਇਹ ਹੈਗਾ ਕਿ ਤੁਹਾਨੂੰ ਲੱਗਦਾ ਕਿ ਸੰਗਰੂਰ ਦੇ ਲੋਕ ਹੈ ਭੁੱਲ ਗਏ ਉਹ ਸਭ ਕੁਝ, ਖੇਤੀ ਕਾਨੂੰਨ ਵਾਲਾ ਮੁੱਦਾ ਤੁਹਾਨੂੰ ਵੋਟਾਂ ਪਾ? ਤੁਸੀਂ ਮੈਨੂੰ ਇਹ ਦੱਸੋ ਵੀ ਖੇਤੀ ਕਾਨੂੰਨ ਵਾਲੇ ਮੁੱਦੇ ਦੇ ਵਿੱਚ ਤੁਸੀਂ ਬਾਰ-ਬਾਰ ਗੱਲ ਕਰਦੇ ਜੇ, ਠੀਕ ਆ, ਅਸੀਂ ਇਹ ਗੱਲ ਕਹੀ ਆ, ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੂੰ, ਅਸੀਂ ਉਹਨਾਂ ਨੂੰ ਇੱਕ ਸਿਸਟਮ ਦੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਔਰ ਮੈਕਸਿਮਮ ਜਿਹੜਾ ਧਿਰਾ ਸੀਗਾ ਸਾਡੇ ਨਾਲ ਤਕਰੀਬਨ ਜੁੜ ਚੁੱਕਿਆ ਸੀ। ਲੇਕਿਨ ਜਿਹੜੇ ਬੰਦੇ ਉੱਥੇ ਬੈਠੇ ਸੀ, ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਗੱਲ ਜੇ ਨਹੀਂ ਸਮਝਾ ਪਾਏ, ਇਹਦਾ ਮਤਲਬ ਇਹ ਨਹੀਂ ਕਿ ਖੇਤੀ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਸੀਗੀ। ਔਰ ਅਸੀਂ ਇੰਨੀ ਗੱਲ ਕਹੀ ਸੀ ਕਿਸਾਨੀ ਲੀਡਰਾਂ ਨੂੰ, ਉਹ ਰਾਜਨੀਤੀ ਨਾਲ ਪ੍ਰੇਰਿਤ ਸੀ, ਉਹਨਾਂ ਨੇ ਇਲੈਕਸ਼ਨ ਲੜਨੀ ਸੀ ਆਪਣੀ, ਉਹਨਾਂ ਨੇ ਦੇਖਿਆ ਉੱਥੇ ਬਹਿ ਕੇ ਅਸੀਂ ਇਲੈਕਸ਼ਨ ਲੜਾਂਗੇ ਰਾਜੇਵਾਲ ਸਾਹਿਬ ਉਹਨਾਂ ਨੇ, ਤੇ ਨਤੀਜਾ ਤੁਹਾਡੇ ਸਾਹਮਣੇ ਆ ਗਿਆ। ਲੇਕਿਨ ਉਹਨਾਂ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੀ ਭਲਾਈ ਹੀ ਲਿਖੀ ਸੀ, ਚਾਹੇ ਮਾਈਕਰੋ ਇਰੀਗੇਸ਼ਨ ਸਿਸਟਮ ਹੋਵੇ, ਚਾਹੇ ਉਹ ਬੀਜਾਂ ਦਾ ਸੁਧਾਰ ਹੋਵੇ, ਚਾਹੇ ਉਹਦੇ ਅੱਜ ਜੋ ਇੰਨੀ ਗੱਲ ਕਹਿ ਰਹੀ ਹੈ ਸਾਡੀ ਪੰਜਾਬ ਸਰਕਾਰ, ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ, ਕਿ ਸਾਨੂੰ 2 ਫਸਲਾਂ ਤੋਂ ਹਟ ਕੇ ਤੀਸਰੇ ਸਿਸਟਮ ਵੱਲ ਪੈਣਾ ਚਾਹੀਦਾ, ਤੇ ਸਾਡੇ ਖੇਤੀ ਕਾਨੂੰਨ ਵੀ ਤੇ ਇਹੋ ਗੱਲ ਕਹਿ ਰਹੇ ਸੀਗੇ। ਤੁਹਾਨੂੰ ਲੱਗਦਾ ਕਿ ਸੰਗਰੂਰ ਵਿੱਚ ਖੇਤੀ ਕਾਨੂੰਨ ਦਾ ਮੁੱਦਾ ਹੈ ਨਹੀਂਗਾ? ਬਿਲਕੁਲ, ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਿਲਕੁਲ ਰਾਜਨੀਤੀ ਤੋਂ ਉੱਪਰ ਉੱਠ ਕੇ, ਚਾਹੇ ਉਹ ਕਿਸਾਨ ਸਾਡੇ ਨਾਲ ਸਹਿਮਤ ਹੋਣ, ਚਾਹੇ ਕਿਸਾਨ ਸਾਡੇ ਨਾਲ ਸਹਿਮਤ ਨਾ ਹੋਣ, ਅਸੀਂ ਕਿਸਾਨਾਂ ਦੀ ਲਾਈਫ ਸਟਾਈਲ ਨੂੰ ਠੀਕ ਕਰਨ ਵਾਸਤੇ, ਖੇਤੀ ਦਾ ਸਤਰ ਉੱਚਾ ਚੁੱਕਣ ਵਾਸਤੇ ਅਸੀਂ ਪ੍ਰਯਾਸ ਕਰਦੇ ਰਵਾਂਗੇ। ਇਹੋ ਤੇ ਕਾਰਨ ਆ ਅਸੀਂ 2 ਸੀਟਾਂ ਤੋਂ ਸ਼ੁਰੂ ਹੋਏ ਸੀ, 350 ਤੋਂ ਪਾਰ ਜਾ ਰਹੇ ਹਾਂ। ਚਲੋ ਠੀਕ ਹੈ, ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ, ਸਮਰਪਿਤ ਆ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਪ੍ਰਤੀ। ਮਠਾੜੂ ਸਾਹਿਬ, ਖੇਤੀ ਕਾਨੂੰਨਾਂ ਦੀ ਤੁਸੀਂ ਗੱਲ ਹੀ ਨਹੀਂ ਕਰਦੇ ਪਏ ਉੱਥੇ, ਤੁਸੀਂ ਕੀ ਗੱਲ ਹੋ ਗਈ ਕਿ ਤੁਸੀਂ ਉਸ ਇਸ਼ੂ ਨੂੰ ਚੱਕਣਾ ਕਿ ਜਿਹਦੇ ਨਾਲ ਵੋਟ ਪੋਲਰਾਈਜੇਸ਼ਨ ਹੋਵੇ? ਬਾਬ ਗਰੇਵਾਲ ਨੇ ਥੋੜਾ ਹਿੰਟ ਦਿੱਤਾ ਸੀ ਉਸ ਤੋਂ ਪਹਿਲਾਂ, ਤੁਸੀਂ ਇਹ ਸਾਰੀਆਂ ਧਿਰਾਂ ਜਿਹੜੀਆਂ ਉਹ ਪੋਲਰਾਈਜੇਸ਼ਨ ਕਰਨ ਵਿੱਚ ਲੱਗੀਆਂ ਹੋਈਆਂ ਉੱਥੇ? ਨਹੀਂ, ਵੋਟ ਪੋਲਰਾਈਜੇਸ਼ਨ ਦੀ ਕੋਈ ਗੱਲ ਨਹੀਂ ਹੈ। ਅਗਰ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਰਾਜਨੀਤੀ ਦੀ, ਪੋਲਿਟਿਕਸ ਦੀ, ਤਾਂ ਮੁੱਦੇ ਬੜੇ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਬਹੁਤ ਕੰਮ ਕੀਤੇ ਨੇ, ਕਿਸਾਨਾਂ ਵਾਸਤੇ ਲਗਾ ਲਓ, ਹਰ ਇੱਕ ਵਰਗ ਵਾਸਤੇ, ਚਾਹੇ ਉਹ ਐਸਸੀ ਵਰਗ ਲਗਾ ਲਓ, ਸਾਡੇ ਵੀ ਲਗਾ ਲਓ, ਬੀਸੀ ਵਰਗ ਲਗਾ ਲਓ, ਬੜੇ ਕੰਮ ਕੀਤੇ ਆ। ਅਸੀਂ ਕੰਮ ਵੀ ਗਿਣਵਾ ਸਕਦੇ ਹਾਂ, ਪਰ ਜਿਹੜਾ ਇਹ ਏਜੰਡਾ ਹੈ, ਅਸੀਂ ਲੋਕਾਂ ਨੂੰ ਇੱਕੋ ਹੀ ਪ੍ਰਾਰਥਨਾ ਕਰ ਰਹੇ ਹਾਂ, ਇੱਕੋ ਹੀ ਬੇਨਤੀ ਕਰ ਰਹੇ ਹਾਂ ਕਿ 1.5 ਸਾਲ ਦੀ ਗੱਲ ਹੈ, ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਔਰ 2024 ਦੀ ਇਲੈਕਸ਼ਨ ਆ ਜਾਣੀ ਹੈ, ਉਦੋਂ ਅਸੀਂ ਇਲੈਕਸ਼ਨ ਲੜ ਕੇ ਵਿਖਾਵਾਂਗੇ ਤੁਹਾਨੂੰ ਕਿ ਕਿਵੇਂ ਰਾਜਨੀਤਿਕ ਮੁੱਦਿਆਂ ਤੇ ਤੁਹਾਡੇ ਬਾਰੇ ਇੱਕ ਮਠਾੜੂ ਸਾਹਿਬ ਚਰਚਾ ਚੱਲਦੀ ਪਈ ਆ। ਹਾਲਾਂਕਿ ਮੇਰੀਆਂ ਗੱਲਾਂ ਤੁਹਾਨੂੰ ਕੋੜੀਆਂ ਲੱਗਦੀਆਂ ਹੋਣਗੀਆਂ ਮਠਾੜੂ ਸਾਹਿਬ, ਪਰ ਮੈਨੂੰ ਲੱਗਦਾ ਮੈਨੂੰ ਕਹਿ ਦੇਣਾ ਚਾਹੀਦਾ, ਉੱਥੇ ਇੱਕ ਚਰਚਾ ਚੱਲਦੀ ਪਈ, ਜਿਹੜਾ ਕਾਰਡ ਤੁਸੀਂ ਖੇਡਦੇ ਪਏ ਹੋ ਨਾ, ਉਸ ਕਾਰਡ ਦੇ ਵਿਚਾਲੇ ਸ਼ਹਿਰੀ ਵੋਟ ਬੈਂਕ ਤੁਹਾਡਾ ਰੁੱਸ ਜਾਣਾ ਮਠਾੜੂ ਸਾਹਿਬ, ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਨੁਕਸਾਨ ਹੋਣਾ ਮਠਾੜੂ ਸਾਹਿਬ। ਮੈਨੂੰ ਨਹੀਂ ਪਤਾ ਇਹ ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ। ਚਰਚਾ ਚੱਲਦੀ ਪਈ ਸੰਗਰੂਰ 'ਚ, ਮੈਂ ਸੰਗਰੂਰ ਗੱਲ ਕੀਤੀ ਤੁਹਾਨੂੰ ਦੱਸਤੀ। ਕੇਪੀ ਜੀ, ਮੈਂ ਉਹੀ ਗੱਲ ਤਾਂ ਕਹਿ ਰਿਹਾ, ਸ਼੍ਰੋਮਣੀ ਅਕਾਲੀ ਦਲ ਨਾ ਹੀ ਤਾਂ ਕਦੇ ਸਰਕਾਰਾਂ ਵਾਸਤੇ ਸੰਘਰਸ਼ ਕਰਦਾ ਵੀ ਸਾਡੀ ਸਰਕਾਰ ਹੀ ਬਣਾਉਣੀ ਆ, ਨਾ ਹੀ ਜਿੱਤਣ ਵਾਸਤੇ। ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮੁੱਦਿਆਂ ਤੇ ਵੀ ਲੜਾਈ ਲੜਨੀ ਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਹੀ ਪਰਪਸ ਹੈ। ਵਾਪਸ ਟਰੈਕ ਤੇ ਆ ਰਹੇ ਹੋ, ਪਹਿਲਾਂ ਛੱਡਤੇ ਸੀ ਪੰਥਕ ਮੁੱਦੇ, ਤੁਹਾਨੂੰ ਲੱਗਦਾ ਹੁਣ ਇਹੀ ਜਿਤਾ ਸਕਦੇ, ਹੋਰ ਕੋਈ ਨਹੀਂ ਜਿਤਾ ਸਕਦਾਗਾ, ਤੁਹਾਨੂੰ ਇਹੀ ਲੱਗਦਾ ਮਠਾੜੂ ਸਾਹਿਬ? ਨਹੀਂ, ਜਿੱਤ ਹਾਰ, ਜਿਹੜੀ ਜਿੱਤ ਹਾਰ ਹੈ ਨਾ, ਜਿੱਤ ਹਾਰ ਕੇਪੀ ਜੀ ਇਹਦੇ ਚ ਮਾਇਨਾ ਨਹੀਂ ਰੱਖਦੀ, ਇੱਥੇ ਮਾਇਨਾ ਰੱਖਦੀ ਹੈ ਕਿ ਜਿਹੜੇ ਲੋਕਾਂ ਨੇ ਪੰਥਕ ਮੁੱਦੇ ਤੁਸੀਂ ਗੱਲ ਕਰਦੇ ਹੋ, ਪੰਥਕ ਮੁੱਦੇ ਗੱਲ ਕਰਦੇ ਮਠਾੜੂ ਸਾਹਿਬ ਪੰਥਕ ਮੁੱਦੇ ਤੁਸੀਂ ਗੱਲ ਕਰਦੇ ਹੋ, ਮਠਾੜੂ ਸਾਹਿਬ ਸੰਗਰੂਰ ਦੇ ਲੋਕ ਬੇਅਦਬੀ ਵਾਲਾ ਸਵਾਲ ਨਹੀਂ ਕਰਦੇ ਤੁਹਾਨੂੰ, ਉਹ ਪੰਥਕ ਮੁੱਦੇ ਨਹੀਂ ਹੈਗੇ? ਮੈਨੂੰ ਇੱਕ ਗੱਲ ਦੱਸੋ, ਜਿਹੜਾ ਬੇਅਦਬੀ ਦਾ ਮੁੱਦਾ ਸੀ ਉਹਦੇ ਤੇ ਸਿਆਸਤ ਹੋਈ ਹੈ, ਬੇਅਦਬੀ ਦੇ ਮੁੱਦੇ ਤੇ ਮੈਨੂੰ ਇੱਕ ਗੱਲ ਦੱਸੋ। ਠੀਕ ਹੈ, ਸਾਡੀ ਬਦਕਿਸਮਤੀ ਸੀ, ਸਾਡੀ ਸਰਕਾਰ ਦੇ ਵਿੱਚ ਇਹ ਘਟਨਾ ਜਿਹੜੀ ਕਿਸੇ ਗਲਤ ਬੰਦੇ ਨੇ ਘਟਨਾ ਘਟਾਈ ਹੈ। ਮੈਨੂੰ ਇੱਕ ਗੱਲ ਦੱਸ ਦੋ, ਅੱਜ ਤੱਕ 5 ਸਾਲ ਸਰਕਾਰ ਕਾਂਗਰਸ ਦੀ ਰਹੀ ਹੈ, ਹੁਣ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਕਿ ਆਉਣ ਸਾਰ ਅਸੀਂ ਬੇਅਦਬੀ ਦਾ ਮੁੱਦਾ ਹੱਲ ਕਰਾਂ, ਕਿਸੇ ਨੇ ਕੀਤਾ? ਇਹਦੇ ਤੇ ਸਿਆਸਤ ਕੀਤੀ ਹੈ, ਇੱਕ ਮੁੱਦਾ ਕ੍ਰੀਏਟ ਕੀਤਾ ਗਿਆ, ਇਹਨੂੰ ਹਾਈਲਾਈਟ ਕੀਤਾ ਗਿਆ। ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਆਪਣੇ ਵੀਰ ਤੋਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਦੋਂ ਗਰੰਟੀਆਂ ਦਿੰਦੇ ਸੀ ਸਤਿਕਾਰਯੋਗ ਕੇਜਰੀਵਾਲ ਸਾਹਿਬ, ਕਿਉਂਕਿ ਸਤਿਕਾਰਯੋਗ ਤਾਂ ਕਹਿਣਾ ਪੈਂਦਾ, ਜੇ ਨਾ ਕਹੇ ਪਤਾ ਨਹੀਂ ਕਿਤੇ ਪਰਚਾ ਪੁਰਚਾ ਨਾ ਕਟਾ ਦੇਣ ਵੀ ਬੇਅਦਬੀ ਨਾਲ ਉਹਨਾਂ ਦਾ ਨਾਮ ਲਿਆ। ਸਤਿਕਾਰਯੋਗ ਕੇਜਰੀਵਾਲ ਸਾਹਿਬ ਨੇ ਉਸ ਟਾਈਮ ਗਰੰਟੀਆਂ ਦਿੱਤੀਆਂ ਸੀਗੀਆਂ, ਕਿ ਉਸ ਗਰੰਟੀ ਦੇ ਵਿੱਚ ਇਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਸੀ, ਸਾਨੂੰ ਸੱਤਾ 'ਚ ਆਉਣ ਤੋਂ ਬਾਅਦ ਕੁਝ ਵਕਤ ਦਿਓ, ਅਸੀਂ ਫੇਰ ਕਰਾਂਗੇ। ਸਾਡੀ ਉਹ ਭੈਣੋ, ਸਾਡੇ ਕੋਲ ਅਜੇ ਸੱਤਾ ਦੇ ਵਿੱਚ ਅਸੀਂ ਆਏ ਨਹੀਂ, ਲੇਕਿਨ ਸਾਡੇ ਕੋਲ ਪੈਸੇ ਹੈ ਨਹੀਂ ਹੈ, ਜਦੋਂ ਪੈਸੇ ਆਉਣਗੇ ਅਸੀਂ ਤੁਹਾਨੂੰ ਉਦੋਂ 1000 ਰੁਪਏ ਦੇਵਾਂਗੇ। ਇੱਕ ਚੀਜ਼, ਇੱਕ ਦੂਸਰੀ ਚੀਜ਼, ਬੇਅਦਬੀ ਦੀ ਗੱਲ ਹੁਣੇ ਛਿੜੀ ਹੈ, ਮੈਂ ਕੋਈ ਸੋਚ ਕੇ ਨਹੀਂ ਸੀ, ਪਰ ਗੱਲਾਂ ਦੇ ਵਿੱਚੋਂ ਗੱਲ ਨਿਕਲੀ ਆ। ਬੇਅਦਬੀ ਦਾ ਇਨਸਾਫ ਦਿਵਾਉਣ ਵਾਸਤੇ ਜੋ ਕੇਜਰੀਵਾਲ ਸਾਹਿਬ ਨੇ ਗੱਲ ਕੀਤੀ, ਭਗਵੰਤ ਮਾਨ ਤਾਂ ਸਾਡਾ ਵੀਰ ਆ, ਉਹ ਤਾਂ ਸਾਡਾ ਮੁੱਖ ਮੰਤਰੀ ਆ, ਸਾਡਾ ਆਪਣਾ ਵਾ,
ਕੇਜਰੀਵਾਲ ਸਾਹਿਬ ਦਿੱਲੀ ਤੋਂ ਨੇ, ਠੀਕ ਆ, ਤੁਹਾਡੀ ਪਾਰਟੀ ਦੇ ਉਹ ਨੈਸ਼ਨਲ ਕਨਵੀਨਰ ਨੇ, ਕਿ ਬੇਅਦਬੀ ਦੇ ਉੱਤੇ ਗੱਲ ਜਦੋਂ ਕੀਤੀ ਸੀ ਇਨਸਾਫ ਦਿਵਾਉਣ ਦੀ, ਅੱਜ ਜਦੋਂ ਜਨਤਾ ਦੇ ਵਿੱਚ ਜਾਂਦੇ ਨੇ ਤੇ ਕੀ ਜਨਤਾ ਜਦੋਂ ਇਹਨਾਂ ਨੂੰ ਸਵਾਲ ਪੁੱਛਦੀ ਹੈ ਤੇ ਹੁਣ ਉੱਥੇ ਕੀ ਕਹਿੰਦੇ ਨੇ, ਉਸ ਟਾਈਮ ਕੀ ਕਿਹਾ ਸੀਗਾ? ਇਹ ਛੋਟੇ ਜਿਹੇ ਸਵਾਲ ਦਾ ਜਵਾਬ ਮੇਰਾ ਵੀਰ ਦੇ ਦੇਣ, ਕਿਉਂਕਿ ਮੇਰੀ ਅਗਰਵਾਲ ਦੋ ਸਵਾਲ ਹੈ। ਇਹ ਲੋਕ ਸਭਾ ਚੋਣ ਦੇ ਵਿੱਚ, ਜਿਮਨੀ ਚੋਣ ਦੇ ਵਿੱਚ ਸਵਾਲ ਆ ਰਹੇ ਕਿ ਨਹੀਂ ਆ ਰਹੇ? ਇੱਕ ਤਾਂ ਗਰੰਟੀਆਂ ਵਾਲਾ ਸਵਾਲ ਹੈ, ਇੱਕ ਬੇਅਦਬੀ ਦੇ ਇਨਸਾਫ ਵਾਲਾ ਸਵਾਲ ਹੈ। ਮਿਸਟਰ ਗਰੇਵਾਲ, ਉਦੋਂ ਪਹਿਲਾਂ ਇੱਕ ਥੋੜਾ ਜਿਹਾ ਪੁਆਇੰਟ ਐਡ ਕਰਨਾ ਚਾਹੂੰਗਾ ਕੇਪੀ ਜੀ। ਸਿੰਪਲ ਜੀ ਗੱਲ ਹੈ ਕਿ ਦੇਖੋ ਕਿੰਨੇ ਪਿਆਰ ਨਾਲ ਇਹਨਾਂ ਨੇ ਕਹਿਤਾ ਕਿ ਕਿਸਾਨ ਕਾਨੂੰਨ ਦੇ ਵਿੱਚ ਮਾਈਕਰੋ ਇਰੀਗੇਸ਼ਨ ਦਾ ਵੀ ਕੰਮ ਸੀਗਾ। ਉਹ ਕਿਸਾਨ ਕਾਨੂੰਨ ਗਏ, ਅਸੀਂ ਮਾਈਕਰੋ ਇਰੀਗੇਸ਼ਨ ਵੀ ਨਹੀਂ ਦਿੰਦੇ, ਅਸੀਂ ਵੀ ਨਹੀਂ ਵਧੀਆ ਦਿੰਦੇ। ਸੋ ਕਿਹਦਾ ਕਿੰਨਾ ਕੁ ਵੈਂਡੇਟਾ ਦਿਮਾਗ 'ਚ ਹੈਗਾ ਪਤਾ ਲੱਗ ਜਾਂਦਾ। ਅਕਾਲੀ ਦਲ ਜੋ ਕਰ ਰਿਹਾ ਬੜਾ ਕਲੀਅਰ ਹੈ, ਜਿਹੜੇ ਉੱਥੇ ਪੋਸਟਰਸ ਲੱਗੇ ਹੋਏ ਨੇ ਉਹ ਤੋਂ ਬਹੁਤ ਕਲੀਅਰ ਹੁੰਦਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਭਾਵੁਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਰਹੀ ਗੱਲ ਸਰ ਸਾਡੀ ਗਰੰਟੀਆਂ ਤੇ ਬੇਅਦਬੀ ਦੀ, ਲੋਕਾਂ ਨੂੰ ਜਾ ਕੇ ਇੱਕ ਗੱਲ ਸਮਝਾਈ ਜਾ ਰਹੀ, ਲੋਕ ਬੇਵਕੂਫ ਨਹੀਂ ਹੈਗੇ, ਅੰਡਰਸਟੂਡ ਹੈ, ਹਰ ਬੰਦਾ ਜਾਣਦਾ ਹੈ ਕਿ ਸਰਕਾਰ ਆਉਂਦੀ ਹੈ ਤਾਂ ਇੱਕ ਪਟਰੀ ਤੇ ਚੀਜ਼ ਲਿਆਉਣ ਨੂੰ ਸਮਾਂ ਲੱਗਦਾ, ਉਹਦੇ ਵਿੱਚ ਕੁਝ ਸਮਾਂ ਜ਼ਰੂਰ ਹੁੰਦਾ, ਕਿਸੇ ਵੀ ਤਰੀਕੇ ਨਾਲ ਕਰਨੀ ਪੈਂਦੀ ਹੈ ਚੀਜ਼ ਹੈਂਡਲ। ਲੋਕ ਬੇਵਕੂਫ 2 ਮਿੰਟ ਜੋਸ਼ੀ 2 ਮਿੰਟ। ਹੁਣ ਗੱਲ ਇਹ ਹੈ, ਲੋਕ ਇਹ ਪੁੱਛਦੇ ਆ, ਅਸੀਂ ਉਹਨੂੰ ਇਹ ਦੱਸਦੇ ਆ ਕਿ ਆਹ ਚੀਜ਼ਾਂ ਅਸੀਂ ਕਰ ਰਹੇ ਹਾਂ, ਆਹ ਕਦਮ ਅਸੀਂ ਚੱਕ ਰਹੇ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦਾ ਸਤਰ ਬਿਹਤਰ ਹੋਊਗਾ। ਨਹੀਂ ਬਾਬ ਗਰੇਵਾਲ ਸਵਾਲ ਹੈ, ਬਾਬ ਗਰੇਵਾਲ ਸਵਾਲ ਹੈ, ਲੋਕ ਵਿਧਾਨ ਸਭਾ ਵਾਲੇ ਸਵਾਲ ਕਰਦੇ ਪਏ ਕਿ ਲੋਕ ਸਭਾ ਵਾਲੇ ਕਰਦੇ ਪਏ? ਸਵਾਲ ਤਾਂ ਇਹ ਹੈ, ਦੋਨਾਂ ਦੇ ਮੋੜ ਵੱਖਰੇ ਵੱਖਰੇ ਆ। ਨਹੀਂ ਬਿਲਕੁਲ ਵੱਖਰੇ ਵੱਖਰੇ, ਬਟ ਲੋਕ ਇੰਨੇ ਕਿ ਜਾਗਰੂਕ ਨੇ ਕਿ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਇਹ ਮੌਕਾ ਹੁੰਦਾ ਸਹੀ ਸਵਾਲਾਂ ਦੇ ਜਵਾਬ ਲੈਣ ਦਾ, ਤੇ ਲੋਕ ਹਰ ਉਸ ਮੁੱਦੇ ਦਾ ਸਵਾਲ ਕਰ ਰਹੇ ਜਿਹੜਾ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਗਿਆ ਤੇ ਉਹਨਾਂ ਨੂੰ ਸੈਟੀਸਫੈਕਟਰੀ ਆਨਸਰ ਦਿੱਤੇ ਜਾ ਰਹੇ ਨੇ ਸਰ, ਦਿੱਤੇ ਜਾ ਰਹੇ ਨੇ, ਰਿਜ਼ਲਟ ਦੱਸਣਗੇ। ਠੀਕ ਹੈ, ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂ, ਮੈਂ ਵਾਪਸ ਆ ਰਿਹਾ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਸੰਗਰੂਰ ਜਿਮਨੀ ਚੋਣ ਦੀ ਜੰਗ ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਨਵੀਂ ਸਰਕਾਰ ਬਣੀ ਹੈ, ਕੁਝ ਮਹੀਨੇ ਬਣੇ ਆ, ਤਾਂ ਇੱਥੋਂ ਇਹਨਾਂ ਦਾ ਰਿਪੋਰਟ ਕਾਰਡ ਵੀ ਥੋੜਾ ਜਿਹਾ ਮਿਲੂਗਾ ਕਿ ਇਸ ਸਰਕਾਰ ਨੂੰ ਲੋਕ ਚਾਹੁੰਦੇ ਕਿ ਨਹੀਂ ਚਾਹੁੰਦੇ ਕਿ। ਪਰ ਜਿਹੜੀਆਂ ਸਾਰੀਆਂ ਬਾਕੀ ਧਿਰਾਂ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸ ਤਰੀਕੇ ਆਮ ਆਦਮੀ ਪਾਰਟੀ ਨੂੰ ਡਾਊਨ ਕਰੀਏ। ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਗਰੰਟੀਆਂ ਅਸੀਂ ਪੂਰੀਆਂ ਕਰਾਂਗੇ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦਾ ਸੁਭਾਅ ਵੱਖੋ ਵੱਖਰਾ ਹੁੰਦਾ, ਕਿਰਦਾਰ ਵੱਖੋ ਵੱਖਰਾ ਹੁੰਦਾ, ਵਿਵਹਾਰ ਵੱਖਰਾ ਵੱਖਰਾ ਹੁੰਦਾ, ਪਰ ਲੋਕਾਂ ਨੂੰ ਇਹ ਧਿਰਾਂ ਹੋਰ ਮੁੱਦਿਆਂ ਪਿੱਛੇ ਲਾ ਰਹੀਆਂ ਜਿੱਥੇ ਲੋਕਾਂ ਦੇ ਵਿਕਾਸ ਦੀ ਗੱਲ ਘੱਟ ਤੇ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾ ਰਹੇ, ਜਿਹੜੇ ਸੁਪਨੇ ਆ ਸ਼ਾਇਦ ਉਹ ਸੰਗਰੂਰ ਦੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਪੂਰੇ ਹੋਣ ਵਾਲੇ ਨਹੀਂ ਗੇ, ਇਸ ਕਰਕੇ ਉਹ ਸਵਾਲ ਕਰਦੇ ਪਏ ਤੇ ਉਹਨਾਂ ਦੇ ਸਵਾਲ ਅਸੀਂ ਪੁੱਛ ਰਹੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਸੰਗਰੂਰ ਜਿਮਨੀ ਚੋਣ ਦੀ ਜੰਗ 'ਚ ਕਿਹੜੀ ਰਾਜਨੀਤੀ ਜੇਤੂ ਰੱਥ ਤੇ ਸਵਾਰ ਹੋਵੇਗੀ। ਮਿਸਟਰ ਮਠਾੜੂ, ਇਹ ਆਖਰੀ ਸਵਾਲ ਤੁਹਾਨੂੰ ਕਰ ਰਿਹਾ। ਇੱਕ ਵੇਲਾ ਸੀਗਾ ਬੀਐਸਪੀ, ਸੀਪੀਐਮ, ਲੋਕ ਭਲਾਈ ਪਾਰਟੀ, ਇਹਨਾਂ ਦਾ ਵੀ ਕੋਈ ਵੋਟ ਬੈਂਕ ਸੀਗਾ ਉੱਥੇ, ਪਰ ਸੰਗਰੂਰ ਦੇ ਵਿੱਚ ਇੱਕ ਵੋਟ ਬੈਂਕ ਹੈ ਜਿਹੜਾ ਸਾਰੇ ਮਿਸ ਕਰਦੇ ਪਏ, ਜਿਹੜਾ ਸ਼ਾਇਦ ਸਵਾਲ ਸਾਡਾ ਚਰਚਾ ਦਾ ਵਿਸ਼ਾ ਨੇ ਬਣਿਆ। ਸੰਗਰੂਰ ਦੇ ਵਿੱਚ ਡੇਰਾ ਸਿਰਸਾ ਦਾ ਬਹੁਤ ਵੱਡਾ ਵੋਟ ਬੈਂਕ ਹੈ। ਮਿਸਟਰ ਮਠਾੜੂ, ਉਹਦਾ ਜਵਾਬ ਹੈਗਾ ਤੁਹਾਡੇ ਕੋਲੇ? ਉਹ ਕਿੱਧਰ ਜਾਊਗਾ? ਨਹੀਂ ਏਪੀ ਜੀ, ਵੋਟ ਜਿਹੜੀ ਵੋਟ ਹੈ ਉਹ ਵੋਟ ਹੁੰਦੀ ਹੈ, ਨਾ ਹੀ ਤਾਂ ਕਿਸੇ ਡੇਰੇ ਦੇ ਵਿੱਚ ਜਾ ਕੇ ਵੋਟ ਮੰਗੀ ਜਾਂਦੀ ਹੈ ਤੇ ਨਾ ਹੀ ਕਿਸੇ ਮੰਗਣ ਨਹੀਂ ਗਏ ਸੀਗੇ। ਮਠਾੜੂ ਸਾਹਿਬ ਮੰਗਣ ਨਹੀਂ ਗਏ ਸੀ ਵੋਟ? ਮਠਾੜੂ ਸਾਹਿਬ ਵੋਟ ਮੰਗਣ ਨਹੀਂ ਗਏ ਸੀਗੇ ਕਦੇ? ਤੁਸੀਂ ਵੀ ਗਏ ਆ, ਕਾਂਗਰਸ ਵੀ ਗਏ ਆ, ਸਾਰੇ ਗਏ ਆ। ਹਾਂ ਬੋਲੋ ਨਾ, ਤੁਸੀਂ ਇਹ ਨਾ ਕਹੋ ਡੇਰੇ ਜਾ ਕੇ ਵੋਟ ਨਹੀਂ ਮੰਗੇ, ਇਹ ਵੀ ਮੰਗਣ ਗਏ ਆ, ਸਾਰੇ ਮੰਗਦੇ, ਕੌਣ ਨਹੀਂ ਮੰਗਦਾ ਪਿਆਗਾ ਤੁਹਾਡੇ ਚੋਂ? ਹੁਣ ਤੁਹਾਨੂੰ ਪਤਾ ਵੀ ਹੁਣ ਮੰਗਾਂਗੇ ਤਾਂ ਨੁਕਸਾਨ ਹੈ। ਬੋਲੋ ਪਲੀਜ਼, ਬੋਲੋ ਮਿਸਟਰ ਮਠਾੜੂ, ਬੋਲੋ। ਮੈਂ ਤੁਹਾਡੇ ਸਵਾਲ ਦਾ ਜਵਾਬ ਹੀ ਦੇ ਰਿਹਾ। ਜਿਸ ਟਾਈਮ ਤੇ ਵੋਟ ਮੰਗੀ ਜਾਂਦੀ ਹੈ, ਘਰਾਂ ਦੇ ਵਿੱਚ ਆਪਾਂ ਵੋਟ ਮੰਗਣ ਜਾਂਦੇ ਆ, ਪਿੰਡਾਂ ਦੇ ਵਿੱਚ ਵੋਟ ਮੰਗਣ ਜਾਂਦੇ ਆ, ਸ਼ਹਿਰ ਦੇ ਵਾਰਡਾਂ ਦੇ ਵਿੱਚ ਵੋਟ ਮੰਗਣ ਜਾਂਦੇ ਆ, ਉਹਨਾਂ ਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਭਾਈ ਤੂੰ ਡੇਰਾ ਪ੍ਰੇਮੀ ਆ, ਤੂੰ ਭਾਈ ਅੰਮ੍ਰਿਤਧਾਰੀ ਹੈ, ਤੂੰ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦਾ, ਸਿੱਖ ਧਰਮ ਦੇ, ਮੁਸਲਿਮ ਧਰਮ ਦੇ, ਜਾਂ ਤੂੰ ਕਿਸ ਕਾਸਟ ਦੇ ਨਾਲ। ਵੋਟ ਸਿਰਫ ਵੋਟ ਦੇ ਆਧਾਰ ਤੇ ਮੰਗੀ ਜਾਂਦੀ ਹੈ। ਡਿਵੈਲਪਮੈਂਟ ਦੇ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਸੀ ਕਿ ਜਿਹੜੀ ਸ਼ਹਿਰੀ ਵੋਟ ਤੇ ਅਸਰ, ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਉਹ ਸਾਰੇ ਵਰਗਾਂ ਦਾ, ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਇਹ ਤੁਸੀਂ ਦੇਖਿਆ ਵੀ ਪਹਿਲਾ ਕਮਾ, ਚਾਹੇ ਉਹ ਦੁਰਗਿਆਣਾ ਮੰਦਿਰ ਦੀ ਗੱਲ ਹੋਵੇ, ਚਾਹੇ ਵਾਲਮੀਕੀ ਤੀਰਥ ਸਥਾਨ ਦੀ ਗੱਲ ਹੋਵੇ, ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਮਠਾੜੂ ਸਾਹਿਬ ਤੁਸੀਂ ਆਦੀ ਪਾਰਟੀ ਦਾ ਪੱਖ ਰੱਖਣਾ, ਮੈਂ ਤੇ ਤੁਹਾਨੂੰ ਰੋਕ ਨਹੀਂ ਸਕਦਾ ਮਠਾੜੂ ਸਾਹਿਬ, ਪਰ 26 ਜੂਨ ਤੋਂ ਬਾਅਦ ਮਠਾੜੂ ਸਾਹਿਬ 26 ਜੂਨ ਤੋਂ ਬਾਅਦ ਜਦੋਂ ਤੁਸੀਂ ਮੰਥਨ ਕਰੋਗੇ ਨਾ, ਉਹਦੇ ਮੇਰੇ ਮੁੱਦੇ ਜ਼ਰੂਰ ਰੱਖ ਲਿਓ ਵਿੱਚ ਵੀ ਕੀ ਮੈਂ ਕਿਹਾ ਸੀਗਾ, ਕੀ ਨਹੀਂ ਕਿਹਾ ਸੀਗਾ। ਮੈਂ ਗਲਤ ਹੋਇਆ, ਮੈਨੂੰ ਗਲਤ ਸਾਬਤ ਕਰ ਦਿਓ, ਮੈਨੂੰ ਕੋਈ ਦਿੱਕਤ ਨਹੀਂ ਮਠਾੜੂ ਸਾਹਿਬ। ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿਹੜੀ ਇਲੈਕਸ਼ਨ ਲੜ ਰਿਹਾ, ਬੰਦੀ ਸਿੰਘਾਂ ਦੀ ਰਿਹਾਈ ਨਾਲ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਤਬਕੇ ਨੂੰ ਕੋਈ ਗਿਲਾ ਨਹੀਂ ਹੈ। ਸਾਰਿਆਂ ਨੂੰ ਪਤਾ ਹੈ, ਸਾਰੇ ਲੋਕ ਸਿਆਣੇ ਆ, ਜਿਹਨਾਂ ਨੂੰ ਤੁਸੀਂ ਸ਼ਹਿਰੀ ਲੋਕ ਕਹਿੰਦੇ ਉਹ ਲੋਕ ਵੀ ਸਿਆਣੇ, ਉਹ ਵੀ ਸਪੋਰਟ ਕਰ ਰਹੇ ਆ ਵੀ ਭਾਈ ਉਹਨਾਂ ਦੀ ਕਿੰਨੇ ਨੰਬਰ ਤੇ ਚੱਲ ਰਹੀ ਹੈ ਮਠਾੜੂ ਸਾਹਿਬ? ਸ਼੍ਰੋਮਣੀ ਅਕਾਲੀ ਦਲ ਕਿੰਨੇ ਨੰਬਰ ਤੇ ਚੱਲ ਰਹੀ ਹੈ ਇਸ ਵਕਤ?
ਸ਼੍ਰੋਮਣੀ ਅਕਾਲੀ ਦਲ ਪਹਿਲੇ ਨੰਬਰ ਤੇ ਚੱਲ ਰਹੀ ਹੈ। ਨਤੀਜਿਆਂ 'ਚ ਕਿੰਨੇ ਨੰਬਰ ਤੇ ਆਊਗੀ? ਨਤੀਜਿਆਂ 'ਚ ਕਿੰਨੇ ਨੰਬਰ ਤੇ ਆਊਗੀ? ਨਤੀਜਿਆਂ 'ਚ ਕਿੰਨੇ ਨੰਬਰ ਤੇ ਆਊਗੀ? ਮੈਂ ਉਹੀ ਗੱਲ ਕਹਿ ਰਿਹਾ, ਸ਼੍ਰੋਮਣੀ ਅਕਾਲੀ ਦਲ ਬੜੇ ਵਧੀਆ ਮਾਰਜਨ ਦੇ ਨਾਲ ਜਿੱਤ ਕੇ ਆਊਗੀ। ਜਿੱਥੋਂ ਤੱਕ ਦੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਕਿ ਇਹਨਾਂ ਦੀ ਸਰਕਾਰ ਹੈ, 9 ਐਮਐਲਏ ਹੈ, ਇਹਨਾਂ ਦੇ ਦਿੱਲੀ ਦੇ ਵਿੱਚ 67 ਐਮਐਲਏ ਸੀ, 70 ਤੋਂ ਇੱਕ ਵੀ ਸੀਟ ਨਹੀਂ ਜਿੱਤੇ ਇਹ। ਆਪਣੇ ਅੱਛਾ ਸਵਾਲ ਹੈ ਤੁਹਾਡਾ ਮਠਾੜੂ ਸਾਹਿਬ, ਅੱਛਾ ਸਵਾਲ ਹੈ ਮਠਾੜੂ ਸਾਹਿਬ, ਅੱਛਾ ਸਵਾਲ ਹੈ ਮਠਾੜੂ ਸਾਹਿਬ, ਅੱਛਾ ਸਵਾਲ ਹੈ ਤੁਹਾਡਾ। ਸਾਰੀਆਂ ਪਾਰਟੀਆਂ ਵੈਸੇ ਕਹਿਣਗੇ ਪਹਿਲੇ ਨੰਬਰ, ਮੇਰਾ ਸਵਾਲ ਹੀ ਗਲਤ ਹੈ। ਚੇਤਨ ਜੋਸ਼ੀ ਨੂੰ ਵੀ ਪੁੱਛਣਾ, ਚੇਤਨ ਜੋਸ਼ੀ ਤੁਸੀਂ ਕਿੰਨੇ ਨੰਬਰ ਤੇ ਆਉਂਗੇ? ਪਹਿਲੇ ਨੰਬਰ ਤੇ। ਕੋਈ ਗਲਤ ਗੱਲ ਹੈ ਹੀ ਨਹੀਂ ਇਹਦੇ 'ਚ, ਕੋਈ ਹੈ ਪਿੱਛੇ ਹੈ ਕੋਈ? ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ। ਹੁਣ ਤੁਸੀਂ ਪੁੱਛੋਗੇ ਕਿਉਂ? ਹਾਂ ਕਿਉਂ ਦੱਸੋ? ਤੁਸੀਂ ਸਾਰਿਆਂ ਦੀ ਗੱਲਾਂ ਸੁਣ ਲਈਆਂ, ਬੋਲੋ। ਆਮ ਆਦਮੀ ਪਾਰਟੀ ਦੀ ਵੀ ਗੱਲ ਸੁਣ ਲਈ ਹੈ, ਕਾਂਗਰਸ ਦੀ ਵੀ ਗੱਲ ਸੁਣ ਲਈ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਸੁਣ ਲਈ ਹੈ। ਲੇਕਿਨ ਇੱਕ ਮੁੱਦਾ ਹੁੰਦਾ ਵਾ ਕਿ ਜਦੋਂ ਤੁਸੀਂ ਆਪਣੀ ਸਕਸੈਸ ਰੇਟ ਨੂੰ ਬਿਫੋਰ ਨਤੀਜਾ ਜਦੋਂ ਇੱਕ ਸਟੈਂਡਰਡ ਦਿੰਦੇ ਹੋ, ਤੁਸੀਂ ਉਹਦਾ ਪੈਮਾਨਾ ਨਹੀਂ ਕਰ ਸਕਦੇ। ਉਹਨਾਂ ਨੇ ਤਾਂ ਪਹਿਲਾਂ ਕਹਿ ਦਿੱਤਾ ਸੀ ਅਕਾਲੀ ਦਲ ਦੇ ਮੇਰੇ ਵੀਰ ਨੇ ਕਿ ਜਿੱਤ ਹਾਰ ਦਾ ਮਸਲਾ ਨਹੀਂ ਆ, ਉਹ ਇੱਕ ਨਿਸ਼ਾਨੇ ਤੇ ਚੱਲਦੇ ਪਏ ਨੇ। ਅੱਜ ਸੰਗਰੂਰ ਦੇ ਲੋਕਾਂ ਨੂੰ ਨਹੀਂ ਬਲਕਿ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਦੇ ਹਰ ਲੋਕ ਨੂੰ ਇਹ ਚੀਜ਼ ਚਾਹੀਦਾ ਕਿ ਉਹਨਾਂ ਦਾ ਜੀਵਨ ਸਰ ਉੱਚਾ ਹੋ ਜੇ। ਠੀਕ ਹੈ ਜੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਜਿਹੜੇ ਵਿਚਾਰ ਨੇ, ਜਿਹੜੀਆਂ ਸਾਡੀਆਂ ਪਾਲਿਸੀਜ਼ ਨੇ, ਕਈ ਪਾਲਿਸੀਜ਼ ਤੇ ਐਸੀਆਂ ਹੁੰਦੀਆਂ ਜਿਹੜੀਆਂ ਸਟੇਟ ਗਵਰਨਮੈਂਟ ਐਜ਼ ਅ ਨੋਡਲ ਏਜੰਸੀ ਦੇ ਰੂਪ ਦੇ ਵਿੱਚ ਲਾਗੂ ਕਰਦੀ, ਜਿਹੜੀਆਂ ਕਿ ਪੰਜਾਬ ਸਰਕਾਰ ਕਈ ਥਾਵਾਂ ਤੇ ਕਈ ਚੀਜ਼ਾਂ ਨਹੀਂ ਲਾਗੂ ਕਰ ਰਹੀ। ਲੇਕਿਨ ਕੋਈ ਫਰਕ ਨਹੀਂ ਪੈਂਦਾ, ਅਸੀਂ ਆਪਣੀਆਂ ਰਾਸ਼ਟਰੀਆਂ ਪਾਲਿਸੀ ਦੇ ਥਰੂ, ਫੈਡਰਲ ਪਾਲਿਸੀਜ਼ ਦੇ ਥਰੂ ਅਸੀਂ ਇੰਨੀ ਗੱਲ ਦਾਅਵੇ ਨਾਲ ਕਹਿੰਦੇ ਕਿ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਵਾਸਤੇ ਇੱਕ ਐਸਾ ਕਾਰਨਰ ਆ ਕਿ ਉਹਨਾਂ ਨੂੰ ਲੱਗਦਾ ਕਿ ਮੋਦੀ ਜੀ ਹੈਗੇ ਨੇ ਤੇ ਮੁਮਕਿਨ ਹੈ ਸਭ ਕੁਝ ਸਾਡਾ ਲਾਈਫ ਸਟਾਈਲ ਉੱਪਰ ਜਾਏਗਾ। ਅਸੀਂ ਇਸ ਮੁੱਦੇ ਤੇ ਗੱਲ ਕਰਦੇ ਹਾਂ ਔਰ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਉੱਥੇ ਇਲੈਕਸ਼ਨ ਜਿੱਤ ਰਹੀ ਹੈ। ਚੇਤਨ ਜੋਸ਼ੀ, ਮਹਿੰਗਾਈ ਤੇ ਬੇਰੁਜ਼ਗਾਰੀ ਮੁੱਦਾ ਹੈਗਾ ਸੰਗਰੂਰ 'ਚ? ਦੇਖੋ ਸਮੇਂ ਦੇ ਉੱਤੇ ਇਨਫਲੇਸ਼ਨ ਆਉਂਦਾ ਵਾ, ਨੈਸ਼ਨਲ ਪਾਲਿਸੀਜ਼ ਦੇ ਨਾਲ ਵਰਲਡ ਇੰਟਰਨੈਸ਼ਨਲ ਪਾਲਿਸੀਜ਼ ਹੁੰਦੀਆਂ ਨੇ ਜਿਹਦੇ ਵਿੱਚ ਇੰਪੋਰਟ ਪ੍ਰੋਟੈਕਸ਼ਨ, ਐਕਸਪੋਰਟ ਪ੍ਰਮੋਸ਼ਨ ਦੀਆਂ ਗੱਲਾਂ ਹੁੰਦੀਆਂ ਨੇ। ਉਦੋਂ ਆ ਕੇ ਕਿਤੇ ਤਾਂ ਇਨਫਲੇਸ਼ਨ ਤਾਂ ਹੁੰਦਾ, ਲੇਕਿਨ ਬੈਲੈਂਸ ਕਰਨ ਵਾਸਤੇ ਬੜੀਆਂ ਖੂਬਸੂਰਤ ਪਾਲਿਸੀਜ਼ ਨੇ ਜਿਹੜੀਆਂ ਕਿ ਫੈਡਰਲ ਗਵਰਨਮੈਂਟ ਦੇ ਨਾਲ ਸਟੇਟ ਗਵਰਨਮੈਂਟ ਵੀ ਇਹਨੂੰ ਇੰਪਲੀਮੈਂਟ ਕਰ ਰਹੀਆਂ ਨੇ। ਠੀਕ ਹੈ। ਰੋਪੜ ਸਾਹਿਬ ਉੱਥੇ ਇਸ਼ੂ ਹੈ ਕੀ ਹੈ? ਮੈਨੂੰ ਤਾਂ ਇਸ਼ੂ ਨਹੀਂ ਸਮਝ ਆ ਰਹੇ ਕਿ ਇਸ਼ੂ ਨੂੰ ਇਸ ਤਰੀਕੇ ਨਾਲ ਰਲਗੜ ਕੀਤਾ ਜਾ ਰਿਹਾ ਕਿ ਕਿਸੇ ਨੂੰ ਕੁਝ ਪੱਲੇ ਨਾ ਪਵੇ। ਨਹੀਂ, ਇਸ਼ੂ ਜਿਹੜੇ ਸਾਰਿਆਂ ਨੇ ਉਠਾਏ ਇਸ਼ੂ ਉੱਥੇ ਹੈਗੇ ਆ, ਪਰ ਮੈਂ ਨਾ 2-3 ਗੱਲਾਂ ਜਿਹੜੀਆਂ ਹੁਣ ਇੱਥੇ ਹੋਈਆਂ ਨੇ ਉਹਨਾਂ ਤੇ ਵੀ ਮੈਂ ਗੱਲ ਕਰਨੀ ਚਾਹੂੰਗਾ। ਮੈਂ ਪਿਛਲੇ ਸੈਗਮੈਂਟ ਤੇ ਜੋ ਤੁਸੀਂ ਸਵਾਲ ਕੀਤਾ ਮੈਂ ਉਹਨਾਂ ਹੀ ਜਵਾਬ ਦਿੱਤਾ ਸੀ। ਦੇਖੋ ਗੱਲ ਤਾਂ ਜੋਸ਼ੀ ਜੀ ਕਰ ਰਹੇ ਨੇ, ਬੜੇ ਸੌਖੇ ਜਿਹੇ ਢੰਗ ਨਾਲ ਕਹਿਦਾ ਵੀ ਨਰਿੰਦਰ ਭਾਈ ਮੋਦੀ ਜੀ ਜੋ ਹੈਗਾ ਕਿਸਾਨਾਂ ਵਾਸਤੇ ਬਹੁਤ ਬਰੀਡ ਨੇ ਕਰ ਰਹੇ ਨੇ ਜੀ। ਗੱਲ ਦੀ ਸਮਝ ਆਈ ਜੋਸ਼ੀ ਜੀ? ਮੈਂ ਬੋਲਿਆ ਨਹੀਂ ਨਾ ਬੋਲੋ ਮਿਸਟਰ ਰੋਪੜ ਬੋਲੋ। ਦੇਖੋ ਜਦੋਂ 8 ਸਾਲ ਦਾ ਤੁਸੀਂ ਯੂਪੀਏ ਦਾ ਪੀਰੀਅਡ ਗਿਣੋ, ਝੋਨਾ ਦੇ ਰੇਟ 130% ਵੱਧ ਹੈ। ਇਹਨਾਂ ਦੇ 8 ਸਾਲ ਦੇ ਵਿੱਚ 50% ਝੋਨੇ ਦਾ ਰੇਟ ਵਧਿਆ। ਇਸ ਕਰਕੇ ਇੱਕ ਡਬਲ ਇਨਕਮ ਕਰਨ ਜਾ ਰਹੇ ਨੇ ਜਾਂ ਕੀ ਕਰਨ ਜਾ ਰਹੇ ਨੇ, ਇਸ ਗੱਲ ਦੇ ਉੱਤੇ ਸਮਝ ਆ ਰਹੀ ਹੈ। ਹੁਣ ਪਿੱਛੇ ਮੇਰੇ ਅਕਾਲੀ ਦਲ ਵਾਲੇ ਸਾਥੀ ਇਹ ਬੜੀ ਵੱਡੀ ਯੂ ਟਰਨ ਲੈ ਕੇ ਬੈਠੇ ਨੇ। ਕਿਸੇ ਟਾਈਮ ਇਸ ਮੁੱਦੇ ਦੇ ਉੱਤੇ ਇਹਨਾਂ ਦੇ 2 ਵਜ਼ੀਰ, ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ, ਫਿਰ ਸਰਦਾਰਨੀ ਸੁਖਬੀਰ ਸਿੰਘ ਜੀ ਦੀ ਘਰ ਵਾਲੀ ਬੀਬਾ ਜੀ, ਉਹ ਮੰਤਰੀ ਰਹੇ ਨੇ। ਉਹਨਾਂ ਨੇ ਕਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ, ਕਦੇ ਬੰਦੀ ਸਿੰਘਾਂ ਨੂੰ ਉਠਾਉਣ ਦੀ ਗੱਲ ਨਹੀਂ ਕੀਤੀ। ਔਰ ਤੀਜੀ ਗੱਲ, ਇਹ ਉਹਨਾਂ ਨੂੰ ਜਿਸ ਤਰੀਕੇ ਨਾਲ ਗੱਲਾਂ ਕਰਦੇ ਸੀ ਜਦੋਂ ਇਹਨਾਂ ਨੂੰ ਕੋਈ ਸਵਾਲ ਕਰਦਾ ਸੀ, ਉਹ ਸਭ ਜੱਗ ਜ਼ਾਹਰ ਹੈ। ਔਰ ਤੀਜੀ ਗੱਲ ਕਿਸਾਨੀ ਤੇ ਜਦੋਂ ਅਕਾਲੀ ਦਲ ਨਾਲ ਕੋਈ ਗੱਲ ਕਰਦਾ ਸੀ ਨਾ, ਕਿਸਾਨ ਜੀ ਨੂੰ ਨਾ ਮੰਗਦੀ ਹੈ, ਇਹ ਉਹਨਾਂ ਨੂੰ ਨਕਸਲੀਏ ਕਹਿੰਦੇ ਹੁੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ। ਇਸ ਕਰਕੇ ਅੱਜ ਵੱਡੇ ਯੂ ਟਰਨ ਲੈ ਕੇ ਅਸੀਂ ਇਸ ਕਿਸਮ ਦੀਆਂ ਵੱਡੀਆਂ ਗੱਲਾਂ ਕਰ ਰਹੇ ਹਾਂ। ਮੇਰੇ ਸਮਝ ਤੋਂ ਇਹ ਗੱਲ ਬਾਹਰ ਹੈ। ਦੇਖੋ ਮੁੱਦੇ ਉੱਥੇ ਸਭ ਨੂੰ ਜੋ ਪਤਾ ਹੈ, ਸਾਰੇ ਲੋਕ ਪਛਾਣਦੇ ਨੇ ਵੀ ਕੌਣ ਲੋਕ ਹਿੱਤੂ ਹੈ, ਕੌਣ ਲੋਕ ਵਿਰੋਧੀ ਹੈ, ਕੌਣ ਅੱਜ ਮੌਕਾ ਪ੍ਰਸਤੀ ਕਰ ਰਿਹਾ ਹੈ। ਇਸ ਕਰਕੇ ਇਹ ਗੱਲਾਂ ਲੋਕਾਂ ਨੇ ਪਛਾਣ ਲੈਣੀਆਂ। ਇਹਦਾ ਰਿਜ਼ਲਟ 26 ਜੂਨ ਨੂੰ ਸਾਹਮਣੇ ਆ ਜਾਣਾ। ਚਲੋ ਹਾਂ ਮਿਸਟਰ ਚੇਤਨ ਫਟਾਫਟ ਪਲੀਜ਼। ਰੋਪੜ ਸਾਹਿਬ ਤੁਸੀਂ ਗੱਲ ਕਰਦੇ ਪਏ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਿਹੜੇ ਮਿਨਿਸਟਰ ਸੀਗੇ ਮਿਸਟਰ ਆਸ਼ੂ ਜੀ, ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੀ ਤੁਸੀਂ ਝੋਨੇ ਦੀ ਗੱਲ ਕਰਦੇ ਪਏ ਹੋ ਨਾ, 5 ਲੱਖ ਬੋਰੀ ਆਉਂਦੀ ਸੀਗੀ ਉੱਥੇ ਮੰਡੀ ਤੇ 8 ਲੱਖ ਦੀ ਹੁੰਦੀ ਸੀਗੀ ਉਸ ਟਾਈਮ, 8.5 ਦੇ ਕਰੀਬ ਜਾਂ ਇਦਾਂ ਵੱਡੀਆਂ ਉੱਥੇ ਪੇਮੈਂਟਾਂ ਪੈਂਦੀਆਂ ਸੀਗੀਆਂ। ਕਾਹਦੇ ਵਾਸਤੇ ਪੈਂਦੀਆਂ ਹੁੰਦੀਆਂ ਸੀਗੀਆਂ? ਔਰ ਉਸ ਟਾਈਮ ਦੇ ਦੌਰਾਨ ਕਿੰਨੇ ਸ਼ੈਲਰ ਇੰਡਸਟਰੀ ਬੰਦ ਹੋਈ ਸੀ। ਝੋਨੇ ਦੀ ਗੱਲ ਮੈਂ ਰੇਟ ਦੀ ਗੱਲ ਕੀਤੀ ਹੈ। ਨਹੀਂ ਸੁਣੋ ਉਹ ਵੀ ਕਰ ਲਿਆ। ਸੁਣ ਲਓ, ਬੜੀ ਮੁੱਦੇ ਦੀ ਗੱਲ ਕਰਨ ਲੱਗਾ ਸਰ ਜੀ। ਰੋਪੜ ਸਾਹਿਬ ਐਗਰੋ ਇੰਡਸਟਰੀ ਚੱਲੇਗੀ ਤੇ ਕਿਸਾਨਾਂ ਦੀ ਫਸਲ ਦਾ ਸਹੀ ਮੁਆਵਜ਼ਾ ਉਹਨਾਂ ਨੂੰ ਮਿਲੇਗਾ। ਤੁਸੀਂ ਮੈਨੂੰ ਇਹ ਦੱਸ ਦਿਓ ਇਸ ਸਾਲ ਕਿੰਨੀ ਐਗਰੋ ਇੰਡਸਟਰੀ ਇਹਦੇ ਚ ਰਹੀ ਆ, ਪ੍ਰੋਫਿਟ ਚ ਰਹੀ ਆ, ਔਰ ਪਿਛਲੇ 5 ਸਾਲ ਜਲੂਸ ਕੱਢ ਕੇ ਰੱਖਤਾ ਗਿਆ। ਤੁਸੀਂ ਰੇਟਾਂ ਦੀ ਗੱਲ ਨਾ ਕਰੋ, ਤੁਸੀਂ ਇਹ ਦੇਖੋ ਸਾਰੇ ਆਪਦੇ ਆਪ ਨੂੰ ਸੇਵ ਕਰੀ ਜਾਂਦੇ। ਰੋਪੜ ਸਾਹਿਬ ਮੰਨਿਆ ਕਰੋ
ਉਹ ਮਹਾਰਾਜ ਨਾ ਕਰਿਆ ਕਰੋ, ਚਲੋ ਇੱਕ ਮਿੰਟ ਹੁਣ ਸ਼ਾਂਤੀ ਰੱਖੋ। ਮੈਂ ਲਾਸਟ ਸਟੇਟਮੈਂਟ ਲੈ ਲੈਂਦਾ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਲਾਸਟ ਸਟੇਟਮੈਂਟ ਪਲੀਜ਼ ਰੋਪੜ ਸਾਹਿਬ ਇੱਕ ਮਿੰਟ ਚੰਦ ਜੋਸ਼ੀ ਇੱਕ ਮਿੰਟ ਠੀਕ ਰੋਪੜ ਸਾਹਿਬ ਨਹੀਂ ਇਹ ਗਲਤ ਤੁਸੀਂ ਚਲੋ ਠੀਕ ਇੱਕ ਮਿੰਟ ਤੀਜੀ ਚੰਦ ਜੋਸ਼ੀ ਪਲੀਜ਼ ਰੋਪੜ ਸਾਹਿਬ ਇੱਕ ਮਿੰਟ ਰੁਕ ਜਾਓ ਰੋਪੜ ਸਾਹਿਬ ਰੁਕ ਜਾਓ ਚੰਦ ਜੋਸ਼ੀ ਇੱਕ ਮਿੰਟ ਪਲੀਜ਼ ਚੰਦ ਜੋਸ਼ੀ ਇੱਕ ਮਿੰਟ ਠੀਕ ਹੈ ਰੋਪੜ ਸਾਹਿਬ ਠੀਕ ਹੈ। ਅਹਿਬਾਬ ਸਿੰਘ ਗਰੇਵਾਲ ਲਾਸਟ ਸਟੇਟਮੈਂਟ ਤੁਹਾਡੀ ਚਾਹੀਦੀ ਹੈ। ਅਹਿਬਾਬ ਸਿੰਘ ਗਰੇਵਾਲ ਭਗਵੰਤ ਮਾਨ ਨੇ ਕਿਹੜੇ ਕੰਮ ਕੀਤੇ ਆ ਕਿ ਸੰਗਰੂਰ ਦੁਬਾਰਾ ਆਮ ਆਦਮੀ ਪਾਰਟੀ ਨੂੰ ਵੋਟ ਦੇ ਦੂਗਾ? ਭਗਵੰਤ ਮਾਨ ਨੇ ਆਪਣੀ ਦੋ ਟਰਮਸ ਜਿਹੜੀਆਂ ਦੂਜੀ ਪੂਰੀ ਨਹੀਂ ਹੋਈ, ਉਹਨਾਂ ਟਰਮਸ 'ਚ ਹਰ ਸੰਗਰੂਰ ਵਾਸੀ ਨਾਲ ਕਨੈਕਟ ਕਰਕੇ ਉਹਨਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਮੁੱਦੇ ਜ਼ੋਰ ਸ਼ੋਰ ਨਾਲ ਸੈਂਟਰ ਵਿੱਚ ਚੱਕੇ। ਭਗਵੰਤ ਮਾਨ ਨੇ ਆ ਕੀਤਾ। ਭਗਵੰਤ ਮਾਨ ਨੇ ਸਰਕਾਰ 'ਚ ਆਉਂਦੇ ਸਾਰ ਇੱਕ ਐਟੀਟਿਊਡਨਲ ਚੇਂਜ ਲਿਆਂਦੀ ਹੈ। ਪੰਜਾਬ ਦੇ ਵਿੱਚ ਇੱਕ ਐਟੀਟਿਊਡਨਲ ਚੇਂਜ ਆਈ ਹੈ। ਪੰਜਾਬ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਸੋਚ ਆਈ ਹੈ। ਐਗਰੋ ਇੰਡਸਟਰੀ ਹੈ ਕਿਹੜੀ ਜੀ? ਸ਼ੈਲਰ ਤੇ ਕੀ ਕਹਿੰਦੇ ਕਣਕਾਂ ਦੀਆਂ ਮਿੱਲਾਂ ਤੋਂ ਇਲਾਵਾ ਬਚਿਆ ਕੀ ਆਪਣੇ ਕੋਲ? ਐਗਰੋ ਇੰਡਸਟਰੀ ਦਾ ਪੈ ਕਹਿ ਰਹੇ ਕਿ ਖਬਰੇ ਆਪਾਂ ਕੀ ਐਗਰੀਕਲਚਰ ਪ੍ਰੋਡਕਟ ਬੀਬਾ ਜੀ ਲਿਆਏ ਪਹਿਲਾਂ, ਮੁੜ ਕੇ ਮੋਦੀ ਨਗਦ ਭਾਈ ਮੋਦੀ ਜੀ ਲਿਆਏ, ਮੋਨੋਪਲੀਆਂ ਬਣਾਉਂਦੇ ਸੀ। ਗੱਲ ਸਿਰਫ ਇਹ ਹੈ ਸਰ ਕਿ ਇੱਕ ਚੇਂਜ ਆ ਰਹੀ ਹੈ। ਉਸ ਤਬਦੀਲੀ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਤੇ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਅਸੀਂ ਵਾਕਈ ਮਿਹਨਤ ਕਰ ਰਹੇ ਹਾਂ ਕਿ ਤੁਹਾਡਾ ਜ਼ਿੰਦਗੀ ਦਾ ਸਤਰ ਬਿਹਤਰ ਹੋਵੇ ਤੇ ਲੋਕ ਸੁਣ ਰਹੇ ਆ ਤੇ ਆਮ ਆਦਮੀ ਪਾਰਟੀ। ਅਹਿਬਾਬ ਗਰੇਵਾਲ ਲਾਸਟ ਤੇ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਮੈਂ, ਕੁਝ ਦਿਨ ਬਾਕੀ ਹੈ ਤੇ ਕੁਝ ਦਿਨ ਬਾਕੀ ਦੇ ਵਿੱਚ ਉੱਥੇ ਧਰਨੇ ਬਹੁਤ ਲੱਗਣੇ, ਯਾਦ ਰੱਖਿਓ ਗਰੇਵਾਲ ਸਾਹਿਬ ਜੀ। ਜਵਾਬ ਹਾਜ਼ਰ ਹੈ। ਹਰ ਧਰਨੇ ਦੇ ਨਾਲ ਖੜੇ ਆ ਸਰ। ਸਾਡੇ ਬੱਚੇ ਨੇ, ਜੇ ਸਾਡੇ ਬੱਚੇ ਦੁਖੀ ਨੇ ਤੇ ਅਸੀਂ ਨਾ ਸੁਣਾਂਗੇ, ਹੋਰ ਕੌਣ ਸੁਣਾਂਗੇ? ਪਰ ਉਹ ਧਰਨੇ ਸ਼ੁੱਕਰ ਸ਼ਨੀ ਐਤਵਾਰ ਨਹੀਂ ਲਾਉਣ ਰਹੇ, ਉਹ ਵਰਕਿੰਗ ਡੇਜ਼ ਵਿੱਚ ਲਾ ਰਹੇ ਆ, ਵੀ ਧਿਆਨ ਰੱਖਿਓ ਗਰੇਵਾਲ ਸਾਹਿਬ। ਮਰਜ਼ੀ ਲਾਉਣ ਜੀ, ਸਦਕੇ ਕੱਲੇ ਦੀ ਪ੍ਰੋਬ ਦੇਖੋ ਜੀ, ਬੜੀ ਬਦਕਿਸਮਤੀ ਸੀ ਕਿ ਰੂਲਿੰਗ ਕਲਾਸ ਦੇ ਕੰਨ ਨਹੀਂ ਖੁੱਲਦੇ ਸੀਗੇ, ਧਰਨੇ ਤੋਂ ਬਿਨਾਂ ਨਹੀਂ ਸੁਣਦੇ ਸੀ। ਹੁਣ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਧਰਨੇ ਤੋਂ ਬਿਨਾਂ ਵੀ ਗੱਲ ਸੁਣੀ ਜਾਊਗੀ। ਕੱਲ ਗੱਡਵਸੂ ਧਾਲੀਵਾਲ ਸਾਹਿਬ ਚੁਕਾ ਕੇ ਮਿੰਟੋ ਮਿੰਟੀ ਧਰਨਾ ਚੁਕਾ ਵੀ ਲਵਾਂਗੇ, ਲੋਕਾਂ ਦੇ ਮਸਲਿਆਂ ਦਾ ਹੱਲ ਵੀ ਕਰਾਂਗੇ। ਇੱਕ ਆਖਰੀ ਸਵਾਲ ਜ਼ਰੂਰ ਕਰਨਾ ਚਾਹੁੰਦਾ ਗਰੇਵਾਲ ਸਾਹਿਬ ਤੁਹਾਨੂੰ, ਕਿਉਂਕਿ ਤੁਸੀਂ 2 ਟਰਮ ਤੋਂ ਉੱਥੇ ਲਗਾਤਾਰ ਜਿੱਤੇ ਹੋ ਤੇ ਤੁਸੀਂ ਇਹ ਹੁਣ ਵੀ ਦਾਅਵਾ ਕਰਦੇ ਹੋ ਨੰਬਰ 1 ਤੁਸੀਂ ਹੋ। ਨੰਬਰ 2 3 4 5 ਦੱਸ ਦੋਗੇ ਗਰੇਵਾਲ ਸਾਹਿਬ? ਮੈਂ ਡਿਬੇਟ ਸਮਾਪਤ ਕਰ ਰਿਹਾ ਸਰ। 2 3 4 5 ਦਾ ਪਤਾ ਨਹੀਂ, ਪਰ ਦੱਸ ਦਿਓ ਗਰੇਵਾਲ ਸਾਹਿਬ ਦੱਸ ਦਿਓ ਨਾ, ਡਿਬੇਟ ਸਮਾਪਤ ਕਰਨੀ ਹੈ, ਪਲੀਜ਼ ਦੱਸ ਦਿਓ। ਤੁਸੀਂ ਤਾਂ ਸੰਗਰੂਰ ਉੱਥੇ ਜਗ੍ਹਾ ਪ੍ਰਚਾਰ ਕਰਦੇ ਪਏ ਹੋ। ਲੋਕਾਂ ਨੇ ਪੋਲਰਾਈਜੇਸ਼ਨ ਦੀ ਰਾਜਨੀਤੀ ਨੂੰ ਨਕਾਰਿਆ, ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ, ਪੰਜਾਬ ਦੇ ਲੋਕਾਂ ਨੇ ਕਰਪਸ਼ਨ ਦੀ ਰਾਜਨੀਤੀ ਨੂੰ ਗਰੇਵਾਲ ਸਾਹਿਬ ਤੁਸੀਂ ਇਸ ਸੈਗਮੈਂਟ ਤੇ ਕਿਉਂ ਡਰਦੇ ਪਏ ਹੋ? ਇਹ ਸੈਗਮੈਂਟ ਦੱਸਣ ਲੱਗੇ ਕਿਉਂ ਘਬਰਾਹਟ ਕਿਉਂ ਹੁੰਦੀ? ਤਾਂ ਦੱਸ ਦਿਓ ਨਾ। ਮੈਂ ਬੋਲਣਾ ਕਿਉਂ ਨਹੀਂ ਚਾਹੁੰਦਾ? ਮੈਂ ਬੋਲ ਦੇਣਾ, ਮੈਂ ਬੋਲਾਂ। ਦੱਸੋ। ਦੂਜੇ ਨੰਬਰ ਤੇ ਸਿਮਰਨ ਸਿੰਘ ਮਾਨ ਸਰ? ਨਹੀਂ ਆਈ ਡੋਂਟ ਥਿੰਕ ਸੋ। ਪਹਿਲੇ ਨੰਬਰ ਤੇ ਹੈ ਨਾ। ਅੱਛਾ, ਤੇ ਤੀਜੇ ਨੰਬਰ ਤੇ ਕੌਣ? ਅਕਾਲੀ ਦਲ, ਕਾਂਗਰਸ? ਦੇਖੋ ਮੈਨੂੰ ਇੰਨਾ ਪਤਾ ਕਿ ਅਕਾਲੀ ਦਲ ਦੀ ਜਿਹੜੀ ਹੁਣ ਇਹਨਾਂ ਨੇ ਇੱਕਦਮ ਯੂ ਟਰਨ ਮਾਰ ਕੇ ਪੰਥਕ ਰਾਜਨੀਤੀਆਂ ਲਾਏ ਨੇ ਨਾ, ਉਹ ਨਕਾਰੀ ਜਾ ਚੁੱਕੀ ਹੈ। ਕਿਉਂਕਿ ਤੀਜੇ ਨੰਬਰ ਤੇ ਬੀਜੇਪੀ। ਸਰ ਪਹਿਲੇ ਨੰਬਰ ਤੇ ਕੀ ਗੱਲਾਂ ਕਰ ਰਹੇ ਹੋ ਤੁਸੀਂ? ਅਸੀਂ ਪਹਿਲੇ ਨੰਬਰ ਤੇ ਆ ਰਹੇ ਹਾਂ ਸਰ ਜੀ, ਪੈਮਾਨੇ ਨਾ ਤੁਸੀਂ ਆਪਣੇ ਆਪ ਬਹੁਤ ਧੰਨਵਾਦ ਵਕਤ ਇੰਨਾ ਹੀ ਮੇਰੇ ਕੋਲ। ਬਹੁਤ ਧੰਨਵਾਦ ਅਹਿਬਾਬ ਗਰੇਵਾਲ ਤੁਹਾਡਾ, ਸਦੇਸ਼ ਰੋਪੜ ਤੁਹਾਡਾ ਬਹੁਤ ਧੰਨਵਾਦ, ਕੇਐਸ ਮਠਾੜੂ ਤੁਹਾਡਾ ਬਹੁਤ ਧੰਨਵਾਦ, ਚੇਤਨ ਜੋਸ਼ੀ ਤੁਹਾਡਾ ਬਹੁਤ ਧੰਨਵਾਦ। ਵੈਸੇ ਮੈਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਕਿਹੜਾ ਪਹਿਲੇ ਨੰਬਰ ਤੇ ਕਿਹੜਾ ਦੂਜੇ ਨੰਬਰ ਤੇ, ਪਰ ਜਿਹੜੇ ਉੱਥੇ ਰੁਝਾਨ ਜਾਂ ਉੱਥੋਂ ਦੇ ਸਰਵੇ ਸਾਡੇ ਸਾਹਮਣੇ ਪਏ ਆ ਉਹ ਬਹੁਤ ਕੁਝ ਦੱਸਦੇ ਪਏ ਆ। ਪਰ ਸੰਗਰੂਰ ਇਹਨਾਂ ਸਰਵੇਸ ਨੂੰ, ਇਹਨਾਂ ਰਿਪੋਰਟਸ ਨੂੰ ਬਦਲ ਸਕਦਾ ਹੈ ਤੇ ਸੰਗਰੂਰ ਮੁੱਦਿਆਂ ਤੇ ਨਾਂ ਤੇ ਵੋਟ ਪਾਊਗਾ। ਸਾਨੂੰ ਉਮੀਦ ਹੈ ਕਿਉਂਕਿ ਵੋਟਰ ਹੈ ਜਿਹੜਾ ਉਹ ਦਿਨ ਤੋਂ ਜਾਗਰੂਕ ਹੁੰਦਾ ਜਾ ਰਿਹਾ ਹੈ ਤੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਵੋਟਰ ਦੀ ਜਾਗਰੂਕਤਾ ਵਾਲੇ ਮੁੱਦੇ ਲੈ ਕੇ ਆਵੇ। ਬਹੁਤ ਧੰਨਵਾਦ।